ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਾਜਨ ਤੇਰੇ ਚਰਨ ਕੀ, ਹੋਏ ਰਹਾ ਸਦ ਦੂਰ। ਨਾਨਕ ਸਰਣ ਤੁਹਾਰੀਆ, ਏਖੋ ਸਦਾ ਹਜੂਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡ ਅਵਰ ਨਾ ਕੋਏ। ਵਾਹੋ ਵਾਹੋ ਅਗਮ ਅਥਾਹੋ ਹੈ, ਵਾਹੋ ਵਾਹੋ ਸੱਚਾ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਪਹਿ ਗਿਆਨ ਪ੍ਰਾਪਤ ਹੋਏ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਪਹਿ ਗਿਆਨ ਪ੍ਰਾਪਤ ਹੋਏ। ਗੁਣ ਦਾਤਾ ਬਿਰਲਾ ਸੰਸਾਰ, ਸਾਚੀ ਕਰਣੀ ਗੁਰ ਵਿਚਾਰ। ਅਗਮ ਅਗੋਚਰ ਕੀਮਤ ਨਹੀਂ ਪਾਏ, ਤਾ ਮਿਲੀਐ ਜਾ ਲਏ ਮਿਲਾਏ। ਗੁਣਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤਿ ਮਿਲੀਐ ਮੀਤ। ਗੁਣਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤਿ ਮਿਲੀਐ ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ, ਕਰੁਣਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ। ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ, ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੀ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਲੜੀਵਾਰ ਰੂਪ ਵਿੱਚ ਦੱਖਣੀ ਓਅੰਕਾਰ ਬਾਣੀ ਦੁਆਰਾ ਪਹਿਲੇ ਪਾਤਸ਼ਾਹ
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਇਹ ਇਸ ਪਵਿੱਤਰ ਬਾਣੀ ਦੀ 17ਵੀਂ ਪੌੜੀ ਹੈ, ਜੋ 931 ਅੰਗ ਤੋਂ ਆਰੰਭ ਹੋ ਕਰਕੇ 932 ਅੰਗ ਤੇ ਸੰਪੂਰਨ ਹੁੰਦੀ ਹੈ। ਤੋ ਗਰੀਬ ਨਵਾਜ਼ ਸਤਿਗੁਰੂ ਜੀ ਜਿਵੇਂ ਬਖਸ਼ਿਸ਼ ਕਰ ਰਹੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਣ ਵਿਚਾਰੇ ਗਿਆਨੀ ਸੋਏ। ਜਗਤ ਗੁਰੂ ਜੀ ਫਰਮਾਉਂਦੇ ਹਨ, ਜੋ ਜੀਵ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਵਿਚਾਰਦਾ ਹੈ, ਗਿਆਨੀ ਸੋਏ, ਉਹ ਗਿਆਨਵਾਨ ਹੋ ਜਾਂਦਾ ਹੈ, ਉਹ ਗਿਆਨੀ ਬਣ ਜਾਂਦਾ ਹੈ। ਪਰਮੇਸ਼ਰ ਵਾਹਿਗੁਰੂ ਜੀ ਬੇਅੰਤ ਗੁਣਾਂ ਦੇ ਮਾਲਕ ਹਨ। ਅਕਾਲ ਪੁਰਖ ਵਾਹਿਗੁਰੂ ਜੀ ਦੇ ਬੇਅੰਤ ਗੁਣ ਹਨ। ਜਿੱਥੇ ਪ੍ਰਭੂ ਦੇ ਨਾਮ ਅਨੇਕਾਂ ਵਾ, ਉਥੇ ਗੁਣ ਵੀ ਅਨੰਤ ਹਨ। ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਹੀ ਤੇਰੇ ਗੁਣ ਕੇਤੇ। ਕਹੇ ਨਹੀਂ ਜਾ ਸਕਦੇ ਕਿ ਹੇ ਪ੍ਰਭੂ ਜੀ ਆਪ ਜੀ ਦੇ ਗੁਣ ਕਿੰਨੇ ਕਹਾਂ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ। ਇਹ ਬੇਅੰਤ ਸਰੂਪ ਪ੍ਰਭੂ ਜੀ ਆਪ ਜੀ ਦੇ ਗੁਣ ਬੇਅੰਤ ਹਨ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਪ੍ਰਭੂ ਜੀ ਦੇ ਬੇਅੰਤੀ ਬੇਅੰਤ ਗੁਣ ਹਨ। ਸਤ ਚੇਤਨ ਤੇ ਆਨੰਦ ਸਰੂਪ, ਇਹ ਵੀ ਪ੍ਰਭੂ ਜੀ ਦੇ ਗੁਣ ਹਨ। ਔਰ ਇਸੇ ਤਰ੍ਹਾਂ ਜੋ ਮੂਲ ਮੰਤਰ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ, ਪ੍ਰਭੂ ਜੀ ਦੇ ਗੁਣ ਹੀ ਦੱਸੇ ਹਨ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਇਹ ਵਾਹਿਗੁਰੂ ਜੀ ਦੇ ਗੁਣ ਹਨ। ਉਹ ਸਤ ਹੈ ਸਦਾ ਵਾਸਤੇ, ਉਸ ਦਾ ਨਾਮ ਸੱਚਾ ਹੈ, ਉਸ ਦੀ ਹਸਤੀ ਸੱਚੀ ਹੈ। ਕਰਤਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਪੁਰਖ ਵਿਆਪਕ ਹੈ। ਨਿਰਭਉ ਡਰ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਵੈਰ ਨਹੀਂ ਕਿਸੇ ਨਾਲ ਕਰਦਾ। ਅਕਾਲ ਮੂਰਤ ਸਮੇਂ ਅਤੇ ਮੌਤ ਤੋਂ ਪਰੇ ਹਸਤੀ ਹੈ, ਸਰੂਪ ਹੈ ਪ੍ਰਭੂ ਜੀ ਦਾ। ਅਜੂਨੀ ਜੂਨੀਆਂ ਵਿੱਚ ਨਹੀਂ ਆਉਂਦਾ ਹੈ, ਸਹਿਭੰ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਗੁਰ ਵੱਡਾ ਹੈ, ਪ੍ਰਸਾਦ ਕਿਰਪਾਲੂ ਹੈ, ਗੁਰੂ ਰੂਪ ਹੋ ਕਰਕੇ ਪ੍ਰਸਾਦ ਕਿਰਪਾ ਕਰਨ ਵਾਲਾ ਹੈ। ਐਸਾ ਜੋ ਪ੍ਰਭੂ ਮਹਾਰਾਜ ਕਹਿੰਦੇ ਜਪ ਉਹਨੂੰ ਜਪੋ। ਫਿਰ ਹੋਰ ਕੈਸੇ ਉਹਦੇ ਗੁਣ ਹਨ। ਆਦ ਸੱਚ, ਉਹ ਸ੍ਰਿਸ਼ਟੀ ਦੇ ਆਦ ਵਿੱਚ ਵੀ ਸੱਚਾ ਹੈ, ਜਿਸ ਵੇਲੇ ਸ੍ਰਿਸ਼ਟੀ ਤੋਂ ਪਹਿਲਾਂ ਵੀ, ਸ੍ਰਿਸ਼ਟੀ ਦੇ ਮੁੱਢ ਵਿੱਚ ਵੀ ਉਹਨੇ ਯੁੱਗ ਪੈਦਾ ਕੀਤੇ, ਤਾਂ ਫਿਰ ਯੁੱਗਾਂ ਦੇ ਵਿੱਚ ਵੀ ਉਹ ਸੱਚਾ ਹੈ। ਜੁਗਾਦ ਸੱਚ ਹੈ, ਭੀ ਸੱਚ, ਵਰਤਮਾਨ ਕਾਲ ਵਿੱਚ ਵੀ ਸੱਚਾ ਹੈ, ਹੁਣ ਵੀ। ਨਾਨਕ ਹੋਸੀ ਭੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਉਹ ਆਪ ਹੀ ਸੱਚਾ ਹੋਵੇਗਾ। ਉਹ ਪਰਿਪੂਰਨ ਹੈ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਵਰ ਹੈ।
ਤਾਂ ਐਸੇ ਉਹ ਪ੍ਰਭੂ ਜੀ ਦੇ ਬੇਅੰਤੀ ਬੇਅੰਤ ਗੁਣ ਹਨ। ਜਿਹੜਾ ਜੀਵ ਮਹਾਰਾਜ ਕਹਿੰਦੇ ਉਸ ਗੁਣੀ ਨਿਧਾਨ ਦੇ ਗੁਣਾਂ ਦੀ ਵਿਚਾਰ ਕਰਦਾ ਹੈ, ਉਹ ਗਿਆਨੀ ਹੋ ਜਾਂਦਾ ਹੈ। ਉਹਨਾਂ ਗੁਣਾਂ ਵਿੱਚੋਂ ਜੀਵ ਨੂੰ ਗਿਆਨ ਪ੍ਰਾਪਤ ਹੁੰਦਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਜੀ ਦਾ ਇੱਕ ਇੱਕ ਗੁਣ ਗਿਆਨ ਭਰਪੂਰ ਹੈ। ਇੱਕ ਇੱਕ ਗੁਣ ਦੇ ਵਿੱਚ ਗਿਆਨ ਭਰਿਆ ਹੋਇਆ ਹੈ। ਤੇ ਜੋ ਜੀਵ ਵਾਹਿਗੁਰੂ ਜੀ ਦੇ ਗੁਣਾਂ ਦੀ ਵਿਚਾਰ ਕਰਦਾ ਹੈ, ਉਸ ਨੂੰ ਗਿਆਨ ਹਾਸਲ ਹੋ ਜਾਂਦਾ ਹੈ, ਤਾਂ ਉਹ ਗਿਆਨੀ ਬਣ ਜਾਂਦਾ ਹੈ। ਆਤਮਾ ਦਾ ਗਿਆਨ ਮਿਲਦਾ ਹੈ, ਬ੍ਰਹਮ ਗਿਆਨ ਮਿਲਦਾ ਹੈ, ਵਾਹਿਗੁਰੂ ਜੀ ਦਾ ਗਿਆਨ ਮਿਲਦਾ ਹੈ। ਤਾਂ ਸਤਿਗੁਰੂ ਗਰੀਬ ਨਿਵਾਜ ਸਾਹਿਬ ਕਹਿੰਦੇ ਉਹ ਪਰਮੇਸ਼ਰ ਬੇਅੰਤ ਗੁਣਾਂ ਦਾ ਮਾਲਕ ਹੈ, ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ ਨਿਧਾਨ ਹੈ। ਤਾਂ ਹੀ ਗਰੀਬ ਨਿਵਾਜ ਸਾਹਿਬ ਕਹਿੰਦੇ ਹਨ, ਨਾਨਕ ਗਾਵੀਐ ਗੁਣੀ ਨਿਧਾਨ, ਕਿ ਉਸ ਨੂੰ ਗਾਉਣਾ ਕਰੀਏ ਜੋ ਗੁਣਾਂ ਦਾ ਖਜ਼ਾਨਾ ਹੈ, ਗੁਣੀ ਨਿਧਾਨ ਹੈ। ਤੇ ਜੋ ਉਸ ਗੁਣੀ ਨਿਧਾਨ ਨੂੰ ਗਾਉਂਦਾ ਹੈ, ਗੁਣੀ ਨਿਧਾਨ ਦੇ ਗੁਣਾਂ ਦਾ ਵਿਚਾਰ ਕਰਦਾ ਹੈ, ਫਿਰ ਉਸ ਜੀਵ ਦੇ ਵਿੱਚ ਉਹ ਗੁਣ ਆ ਜਾਂਦੇ ਹਨ। ਉਸ ਸੱਚੇ ਨੂੰ ਜਪਦਿਆਂ ਜਪਦਿਆਂ ਜੀਵ ਆਪ ਉਸ ਸੱਚੇ ਨਾਲ ਅਭੇਦ ਹੋ ਜਾਂਦਾ ਹੈ। ਉਸ ਨੂੰ ਜਪਦਿਆਂ ਹੋਇਆਂ ਮਹਾਰਾਜ ਕਹਿੰਦੇ ਉਹ ਪ੍ਰਭੂ ਨਿਰਭਉ ਹੈ, ਇਹ ਜੀਵ ਵੀ ਨਿਰਭਉ ਹੋ ਜਾਂਦਾ ਹੈ। ਉਹ ਵਾਹਿਗੁਰੂ ਨਿਰਵੈਰ ਹੈ। ਉਸ ਨੂੰ ਜਪਦਿਆਂ ਜਪਦਿਆਂ ਉਹਦੇ ਗੁਣਾਂ ਦੀ ਵਿਚਾਰ ਕਰਦਿਆਂ ਕਰਦਿਆਂ ਇਹ ਵੀ ਨਿਰਵੈਰ ਹੋ ਜਾਂਦਾ ਹੈ, ਵੈਰ ਨਹੀਂ ਕਰਦਾ। ਉਹ ਕਾਲ ਤੋਂ ਪਰੇ ਹਸਤੀ ਹੈ ਤੇ ਉਹਦੀ ਆਰਾਧਨਾ ਕਰਦਿਆਂ ਕਰਦਿਆਂ ਇਹ ਜੀਵ ਦੇ ਉੱਤੋਂ ਵੀ ਮੌਤ ਦਾ ਸਾਇਆ ਦੂਰ ਹੋ ਜਾਂਦਾ, ਉਸ ਅਮਰ ਤੇ ਅਬਿਨਾਸੀ ਦਾ ਸਰੂਪ ਹੋ ਜਾਂਦਾ। ਅਕਾਲ ਮੂਰਤ ਨੂੰ ਜਪਦਿਆਂ ਜਪਦਿਆਂ ਇਹ ਵੀ ਕਾਲ ਤੋਂ ਪਰੇ ਹੋ ਜਾਂਦਾ, ਅਬਿਨਾਸੀ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਤਾਂ ਵਾਹਿਗੁਰੂ ਜੀ ਦੇ ਗੁਣ ਇਸ ਜੀਵ ਦੇ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਗਿਆਨਵਾਨ ਬਣ ਜਾਂਦਾ ਹੈ ਜਦੋਂ ਪ੍ਰਭੂ ਜੀ ਦੇ ਗੁਣਾਂ ਦੀ ਵਿਚਾਰ ਕਰਦਾ। ਫਿਰ ਪਰਮੇਸ਼ਰ ਦੇ ਸਾਧ ਸੰਗਤ ਜੀ ਸਾਰੇ ਗੁਣ ਤਾਂ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਜਿਵੇਂ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਫਰਮਾਇਆ, ਜਿਹਵਾ ਏਕ ਕਮਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਹੇ ਵਾਹਿਗੁਰੂ ਜੀ, ਸਾਡੀ ਜੀਵ ਇੱਕ ਹੈ, ਆਪ ਜੀ ਦੇ ਗੁਣ ਬੇਅੰਤ ਹਨ। ਇੱਕ ਜੀਵ ਦੇ ਨਾਲ ਆਪ ਜੀ ਦੇ ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰੀਏ, ਕਿਹੜੇ ਕਿਹੜੇ ਗੁਣਾਂ ਦਾ ਕਥਨ ਕਰੀਏ। ਊਚ ਅਪਾਰ ਬੇਅੰਤ ਸੁਆਮੀ, ਆਪ ਸਾਰਿਆਂ ਨਾਲੋਂ ਉੱਚੇ ਹੋ। ਆਪ ਜੀ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਆਪ ਜੀ ਦਾ ਅੰਤ ਨਹੀਂ ਆ ਸਕਦਾ, ਤੁਸੀਂ ਸਾਰਿਆਂ ਦੇ ਮਾਲਕ ਹੋ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਕੌਣ ਹੈ ਜਿਹੜਾ ਆਪ ਜੀ ਦੇ ਸਾਰੇ ਗੁਣਾਂ ਨੂੰ ਜਾਣ ਸਕੇ। ਸਾਰੇ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ। ਜਿਨ੍ਹਾਂ ਜਿਨ੍ਹਾਂ ਨੇ ਗੁਣਾਂ ਨੂੰ ਗਾਇਆ, ਗੁਣਾਂ ਨੂੰ ਵਿਚਾਰਿਆ, ਮਹਾਰਾਜ ਕਹਿੰਦੇ ਉਹਨਾਂ ਦਾ ਉਧਾਰ ਹੋ ਗਿਆ। ਕੌਣ ਜਾਣੈ ਗੁਣ ਤੇਰੇ, ਗਾਵਤੇ ਉਧ ਰਹੈ, ਸੁਣਤੇ ਉਧ ਰਹੈ, ਬਿਨਸਹਿ ਪਾਪ ਕਨੇਰੇ। ਜਿਨ੍ਹਾਂ ਨੇ ਗੁਣਾਂ ਨੂੰ ਗਾਇਆ, ਗੁਣਾਂ ਨੂੰ ਸੁਣਿਆ, ਉਹ ਪ੍ਰਭੂ ਦੇ ਗੁਣ ਗਾਉਣ ਵਾਲੇ ਤੇ ਗੁਣਾਂ ਨੂੰ ਸੁਣਨ ਵਾਲੇ ਸੰਸਾਰ ਭਉਜਗ ਤੋਂ ਉਧਰ ਗਏ, ਉਹਨਾਂ ਦੇ ਘਨੇਰੇ ਪਾਪ ਨਾਸ ਹੋ ਗਏ। ਗਾਵਤੇ ਉਧ ਰਹੈ, ਸੁਣਤੇ ਉਧ ਰਹੈ, ਬਿਨਸਹਿ ਪਾਪ ਕਨੇਰੇ। ਪਸ਼ੂ ਪਰੇਤ ਮੁਗਧ ਕਾ ਉਤਾਰੇ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਨਾਈ, ਸਦਾ ਸਦਾ ਬਲਿਹਾਰ ਹੈ। ਤਾਂ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣ ਬੇਅੰਤੀ ਬੇਅੰਤ ਹਨ।
ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ। ਜਿਵੇਂ ਪਤਿਤ ਪਾਵਨ ਹੈ, ਭਗਤ ਵਸ਼ਲ ਹੈ, ਅੰਤਰਜਾਮੀ ਹੈ, ਦੀਨ ਦਇਆਲ ਹੈ, ਇਹ ਸਾਰੇ ਵਾਹਿਗੁਰੂ ਜੀ ਦੇ ਗੁਣ ਹੀ ਹਨ। ਪਤਿਤ ਪਾਵਨ, ਇਹ ਪ੍ਰਭੂ ਜੀ ਆਪ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ। ਜਦੋਂ ਇਸ ਗੁਣ ਦੀ ਵਿਚਾਰ ਕੀਤੀ ਹੈ ਜੀਵ ਨੇ, ਜਗਿਆਸੂ ਨੇ, ਤਾਂ ਫਿਰ ਆਪਣੇ ਪਾਪ ਬਖਸ਼ਾਉਣ ਵਾਸਤੇ ਪਤਿਤ ਪਾਵਨ ਦੀ ਸ਼ਰਨ ਵਿੱਚ ਪੈਂਦਾ ਹੈ। ਤੇ ਜਿਨ੍ਹਾਂ ਨੇ ਪਤਿਤ ਪਾਵਨ ਦੀ ਸ਼ਰਨ ਲਈ, ਇਸ ਗੁਣ ਦਾ ਵਿਚਾਰ ਕੀਤਾ, ਫਿਰ ਉਹ ਵੱਡੇ ਵੱਡੇ ਪਾਪੀ ਵੀ ਉਧਰ ਗਏ ਜਿਨ੍ਹਾਂ ਨੇ ਪ੍ਰਭੂ ਦੀ ਸ਼ਰਨ ਵਿੱਚ ਜਾ ਕਰਕੇ ਤੇ ਮਾਫੀ ਮੰਗੀ ਹੈ, ਔਗਣਾ ਪਾਪਾਂ ਵੱਲੋਂ, ਗੁਨਾਹਾਂ ਵੱਲੋਂ ਮਹਾਰਾਜ ਸਾਹਿਬ ਜੀ ਤੋਂ ਮਾਫੀ ਮੰਗੀ ਹੈ। ਉਹ ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਹੋ ਗਿਆ। ਇਸ ਕਰਕੇ ਪ੍ਰਭੂ ਜੀ ਨੂੰ ਪਤਿਤ ਪਾਵਨ ਆਖਿਆ ਗਿਆ। ਸਤਿਗੁਰੂ ਨਾਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਆ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਹੇ ਮੇਰੇ ਮਨਾ, ਪ੍ਰਭੂ ਦੀ ਸ਼ਰਨ ਕਿੱਡੀ ਵੱਡੀ ਹੈ। ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰ। ਉਹਨਾਂ ਗੁਣਾਂ ਦੀ ਵਿਚਾਰ ਕਰਦਿਆਂ ਤੈਨੂੰ ਗਿਆਨ ਮਿਲੇ। ਤੂੰ ਪ੍ਰਭੂ ਦੀ ਸ਼ਰਨ ਦੇ ਵਿੱਚ ਪੈਣਾ ਕਰੇ। ਵੇਖ ਵਾਹਿਗੁਰੂ ਦੀ ਸ਼ਰਨ ਕਿੱਡੀ ਵੱਡੀ ਹੈ, ਜੋ ਪਾਪੀਆਂ ਦਾ ਵੀ ਉਧਾਰ ਕਰ ਦਿੰਦੀ ਹੈ। ਪਰ ਜਿਹੜਾ ਆ ਕਰਕੇ ਆਪਣੇ ਪਾਪ ਕਬੂਲਦਾ ਹੈ, ਗੁਨਾਹ ਕਬੂਲਦਾ ਹੈ, ਅੱਗੇ ਵਾਸਤੇ ਤੌਬਾ ਕਰਦਾ ਹੈ, ਅੱਗੇ ਵਾਸਤੇ ਕੰਨ ਫੜਦਾ ਹੈ, ਤਰਲਾ ਪਾਉਂਦਾ ਹੈ ਵੀ ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੈ। हे ਪ੍ਰਭੂ ਜੀ, ਪਿਛਲੇ ਔਗਣ ਬਖਸ਼ ਲਓ ਤੇ ਅੱਗੇ ਵਾਸਤੇ ਮਾਰਗ ਤੇ ਪਾਓ ਮੈਨੂੰ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਉਂਦੇ ਆ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਜਿਹੇ ਸਿਮਰਤ ਗਨਕਾ ਸੀ ਉਦਰੀ, ਤਾਕੋ ਜਾਸੇ ਔਰ ਧਾਰੋ। ਜਿਸ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਗਨਕਾ ਸੀ, ਜੋ ਗਣਕਾ ਵਰਗੀ, ਵੇਸਵਾ ਵਰਗੀ ਪਾਪਣ ਦਾ ਵੀ ਉਧਾਰ ਹੋ ਗਿਆ। ਗਣਕਾ ਸੀ ਉਦਰੀ, ਤਾਕੋ ਜਾਸੇ ਔਰ ਧਾਰੋ। ਉਸ ਪਰਮੇਸ਼ਰ ਦਾ ਜਸ ਆਪਣੇ ਹਿਰਦੇ ਵਿੱਚ ਧਾਰਨ ਕਰੋ। ਉਹ ਪਾਪੀਆਂ ਦਾ ਵੀ ਉਧਾਰ ਕਰਨ ਵਾਲਾ, ਇਸ ਕਰਕੇ ਉਹਨੂੰ ਪਤਿਤ ਪਾਵਨ ਆਖਿਆ ਜਾਂਦਾ। ਇਹ ਵੀ ਪ੍ਰਭੂ ਦਾ ਇੱਕ ਗੁਣ ਹੈ, ਉਹ ਪਤਿਤ ਪਾਵਨ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਉਹ ਮਹਾਂਪੁਰਖ ਬੰਦਗੀ ਵਾਲੇ, ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਨ ਵਾਲੇ ਲੰਘੇ ਜਾ ਰਹੇ ਸਨ। ਮੀਂਹ ਪੈਣ ਲੱਗ ਪਿਆ ਤੇ ਉਸ ਮੌਕੇ ਤੇ ਉਹ ਕੰਧ ਦੇ ਨਾਲ ਲੱਗ ਕੇ ਖਲੋ ਗਏ ਵੀ ਮੀਂਹ ਰੁਕ ਜਾਵੇਗਾ ਤੇ ਫਿਰ ਅੱਗੇ ਚੱਲਾਂਗੇ। ਉਹ ਜਿੱਥੇ ਠਹਿਰੇ ਸੀ ਉਹ ਗਣਕਾ ਦਾ ਘਰ ਸੀ, ਵੇਸਵਾ ਦਾ ਘਰ ਸੀ। ਤੇ ਉਹ ਮਹਾਂਪੁਰਖਾਂ ਨੇ ਤੋਤਾ ਰੱਖਿਆ ਹੋਇਆ ਸੀ, ਜਿਸ ਨੂੰ ਰਾਮ ਰਾਮ ਸਿਖਾਇਆ ਹੋਇਆ ਸੀ। ਰਾਮ ਰਾਮ ਜਪਦਾ ਉਹ। ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਅਚਨਚੇਤ ਹੀ ਮਹਾਂਪੁਰਖ ਉਹ ਗਣਕਾ ਦੇ ਵਾੜੇ ਆ ਕੇ ਖਲੋ ਗਏ ਤੇ ਉਹਦੀ ਖੋਟੀ ਮੱਤ ਵੇਖ ਕਰਕੇ ਉਹਦੇ ਤੇ ਦਇਆਲਤਾ ਕੀਤੀ। ਦਇਆ ਆ ਗਈ ਵੀ ਇਹ ਕੁਕਰਮਾਂ ਦੇ ਵਿੱਚ, ਪਾਪਾਂ ਦੇ ਵਿੱਚ ਗਲਤਾਨ ਹੈ। ਤੇ ਉਹ ਜਿਹੜਾ ਪਾਲਿਆ ਹੋਇਆ ਤੋਤਾ ਸੀ, ਪਿੰਜਰੇ ਵਿੱਚ ਰੱਖਿਆ ਹੋਇਆ, ਉਸ ਨੂੰ ਦੇ ਦਿੱਤਾ। ਕਹਿ ਦਿੱਤਾ ਕਿ ਹੇ ਬੀਬੀ, ਇਸ ਨੂੰ ਰੋਜ਼ ਰਾਮ ਰਾਮ ਜਪਾਇਆ ਕਰੀ ਤੇ ਇਹਦੀ ਸਾਂਭ ਸੰਭਾਲ ਕਰੀ। ਉਹ ਹਰ ਰੋਜ਼ ਉਹਦੀ ਸਾਂਭ ਸੰਭਾਲ ਕਰਦੀ ਹੈ ਤੇ ਉਹਨੂੰ
ਰਾਮ ਰਾਮ ਜਪਾਉਂਦੀ ਹੈ। ਤੇ ਜਪਾਉਂਦਿਆਂ ਜਪਾਉਂਦਿਆਂ ਆਪ ਵੀ ਰਸਨਾ ਤੋਂ ਬੋਲਣਾ। ਉਹ ਤੋਤੇ ਦੀ ਸੰਗਤ ਕਰਕੇ, ਇੱਕ ਪੰਛੀ ਦੀ ਸੰਗਤ ਕਰਕੇ ਰਾਮ ਰਾਮ ਜਪਿਆ ਤੇ ਸਾਰੇ ਪਾਪਾਂ ਦੀ ਮੈਲ ਧੋਤੀ ਗਈ, ਪਾਪ ਦੂਰ ਹੋ ਗਏ, ਜੀਵਨ ਪਵਿੱਤਰ ਹੋ ਗਿਆ। ਕਿੱਥੇ ਤਾਂ ਪਾਪਣ ਸੀ, ਫਿਰ ਪਵਿੱਤਰ ਹੋ ਗਈ। ਭਾਈ ਸਾਹਿਬ ਕਹਿੰਦੇ ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ। ਪਾਪਾਂ ਦਾ ਹਾਰ ਹੀ ਪਰੋਤਾ ਹੋਇਆ ਸੀ ਜਾਣੋ। ਮਹਾਪੁਰਖ ਅਚਾਨਚਕ ਗਣਕਾ ਵਾੜੇ ਆਏ ਖਲੋਤਾ। ਦੁਰਮਤ ਵੇਖ ਦਇਆਲ ਹੋਏ, ਹੱਥੋਂ ਤਿਸਨੂੰ ਦਿੱਤੋ ਸਤੋਤਾ। ਉਹਦੀ ਖੋਟੀ ਮੱਤ ਵੇਖ ਕਰਕੇ ਤੇ ਉਹਨੂੰ ਉਹ ਤੋਤਾ ਦੇ ਦਿੱਤਾ। ਤੇ ਫਿਰ ਉਹਨੂੰ ਤੋਤੇ ਨੂੰ ਰਾਮ ਰਾਮ ਜਪਾਉਂਦੀ ਹੋਈ ਸਾਰੇ ਭੈੜੇ ਫੁਰਨੇ ਦੂਰ ਹੋ ਗਏ, ਮਨ ਦੀ ਮੈਲ ਦੂਰ ਹੋ ਗਈ, ਪਾਪ ਵਿਕਾਰ ਛੱਡ ਦਿੱਤੇ। ਹਰ ਰੋਜ਼ ਫਿਰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਨਾਮ ਜਪਣ ਲੱਗ ਪਈ। ਤੇ ਜਪਦੀ ਜਪਦੀ ਸਾਰੇ ਪਾਪ ਹੀ ਧੋਤੇ ਗਏ ਤੇ ਵਿਮਾਨ ਤੇ ਚੜ੍ਹ ਕੇ ਵਿਕੁੰਠ ਧਾਮ ਨੂੰ ਗਈ। ਫਿਰ ਗਈ ਵਿਕੁੰਠ ਬੈਬਾਨ ਚੜ੍ਹ, ਇਹ ਦਾਤ ਪ੍ਰਾਪਤ ਹੋਈ, ਉਧਾਰ ਹੋ ਗਿਆ। ਉਧਾਰ ਹੋਇਆ ਪ੍ਰਭੂ ਦਾ ਨਾਮ ਜਪ ਕਰਕੇ। ਤਾਂ ਉਹ ਪਰਮੇਸ਼ਰ ਪਤਿਤ ਪਾਵਨ ਵੀ ਹੈ। ਜਿਸ ਨੇ ਉਹਦੀ ਸ਼ਰਨ ਗ੍ਰਹਿਣ ਕੀਤੀ ਹੈ, ਪਾਪੀਆਂ ਨੂੰ ਵੀ ਉਹ ਪਵਿੱਤਰ ਕਰਨ ਵਾਲਾ ਹੈ। ਪਰਮੇਸ਼ਰ ਦਾ ਨਾਮ ਪਾਪੀਆਂ ਦੇ ਪਾਪ ਧੋ ਕਰਕੇ ਉਹਨਾਂ ਨੂੰ ਪਵਿੱਤਰ ਕਰ ਦਿੰਦਾ ਹੈ। ਤਾਂ ਨਾਵੇਂ ਪਾਤਸ਼ਾਹ ਜੀ ਨੇ ਆਖਿਆ ਇਹ ਵੀ ਵਾਹਿਗੁਰੂ ਜੀ ਦਾ ਗੁਣ ਹੈ ਭਾਈ। ਜਿਹੜਾ ਉਹਦੇ ਗੁਣਾਂ ਦੀ ਵਿਚਾਰ ਕਰਦਾ ਹੈ, ਉਸ ਦੀ ਸ਼ਰਨ ਵਿੱਚ ਪੈਂਦਾ ਹੈ, ਉਹ ਗਿਆਨਵਾਨ ਹੋ ਜਾਂਦਾ ਹੈ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹੇ ਸਿਮਰਤ ਗਨਕਾਸੀ ਉਦਰੀ ਤਾਕੋ ਜਾਸੇ ਔਰ ਧਾਰੋ। ਜਿਸ ਦਾ ਸਿਮਰਨ ਕਰਕੇ ਵੇਖੋ ਗਣਕਾ ਦਾ ਉਧਾਰ ਹੋ ਗਿਆ। ਸਤਿਗੁਰੂ ਕਹਿੰਦੇ ਤੁਸੀਂ ਵੀ ਆਪਣੇ ਹਿਰਦੇ ਵਿੱਚ ਉਸ ਦੇ ਗੁਣਾਂ ਨੂੰ ਧਾਰਨ ਕਰੋ, ਉਸ ਦੇ ਨਾਮ ਨੂੰ ਧਾਰਨ ਕਰੋ, ਉਹਦੇ ਜਸ ਨੂੰ ਧਾਰਨ ਕਰੋ। ਤਾਕੋ ਜਸ, ਉਸ ਪਰਮੇਸ਼ਰ ਦੇ ਜਸ ਨੂੰ ਔਰ ਧਾਰੋ, ਹਿਰਦੇ ਵਿੱਚ ਧਾਰਨ ਕਰੋ। ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਧਰੂ ਭਗਤ ਨੇ ਆਰਾਧਨਾ ਕੀਤੀ ਹੈ ਤੇ ਉਹ ਵੀ ਅਟਲ ਪਦਵੀ ਨੂੰ ਪ੍ਰਾਪਤ ਹੋ ਗਿਆ, ਡਰ ਤੋਂ ਰਹਿਤ ਪਦਵੀ ਹਾਸਲ ਕਰ ਲਈ। ਤਾਂ ਉਹ ਭਗਤ ਵਸ਼ਲ ਵੀ ਹੈ, ਇਹ ਵੀ ਉਹਦਾ ਗੁਣ ਹੈ। ਜਿਹੜਾ ਉਸ ਦੀ ਭਗਤੀ ਕਰਦਾ ਹੈ ਤੇ ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ। ਜਿੱਥੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਉੱਥੇ ਭਗਤੀ ਨਾਲ ਵੀ ਪਿਆਰ ਕਰਨ ਵਾਲਾ ਹੈ, ਭਗਤ ਵਸ਼ਲ ਹੈ। ਤਾਂ ਧਰੂ ਨੇ 5 ਸਾਲਾਂ ਦੇ ਨੇ ਪ੍ਰਭੂ ਦੀ ਆਰਾਧਨਾ ਕੀਤੀ। ਮਤਰੇਈ ਮਾਂ ਤੋਂ ਚਪੇੜਾਂ ਖਾਧੀਆਂ ਸੀ। ਪਿਤਾ ਰਾਜੇ ਉਤਾਨਪਾਦ ਦੀ ਗੋਦੀ ਦੇ ਵਿੱਚ ਜਾ ਕੇ ਬੈਠਾ ਸੀ। ਮਤਰੇਈ ਨੇ ਖਿੱਚ ਕੇ ਥੱਲੇ ਸੁੱਟ ਦਿੱਤਾ, ਮੂੰਹ ਤੇ ਚਪੇੜਾਂ ਮਾਰ ਦਿੱਤੀਆਂ। ਆਖਿਆ ਇੱਥੇ ਤੇ ਮੇਰਾ ਪੁੱਤ ਹੀ ਬੈਠੇਗਾ, ਤੂੰ ਨਹੀਂ ਬੈਠ ਸਕਦਾ। ਰੋਂਦਾ ਰੋਂਦਾ ਹੌਕੇ ਲੈਂਦਾ, ਡੁਸਕਾਰੇ ਮਾਰਦਾ ਆਪਣੀ ਸਖੀ ਮਾਂ ਕੋਲੇ ਆਇਆ। ਮਾਂ ਨੂੰ ਪੁੱਛਦਾ ਹੈ ਕਿ ਤੂੰ ਰਾਣੀ ਹੈ ਕਿ ਗੋਲੀ ਹੈ, ਇਹ ਹਾਲਤ ਆਪਣੀ ਕਿਉਂ ਹੋ ਰਹੀ ਹੈ? ਤੇ ਮਾਂ ਨੇ ਆਖਿਆ ਪੁੱਤਰ ਆਪਾਂ ਨਾਮ ਨਹੀਂ ਜਪਿਆ, ਨਿਸ਼ਕਾਮ ਕਰਮ ਨਹੀਂ ਕੀਤੇ, ਭਗਤੀ ਨਹੀਂ ਕੀਤੀ, ਤਾਂ ਕਰਕੇ ਹਾਲਤ ਹੋ ਰਹੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ। ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੁੱਡੋ ਲਿਕਾ ਮਾਂ ਪੁੱਛੈ, ਤੂੰ ਸਾਵਾਣੀ ਹੈ ਕਿ ਸੁਰੀਤਾ। ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ। ਪਰਮੇਸ਼ਰ ਆਰਾਧੀਐ, ਜਿਦੂ ਹੋਈਐ ਪਤਿਤ ਪੁਨੀਤਾ। ਮਾਂ ਨੇ ਆਖਿਆ ਪੁੱਤਰ ਧਰੂ, ਪਰਮੇਸ਼ਰ ਦੀ ਆਰਾਧਨਾ ਕਰੀਏ ਤੇ ਪਾਪੀਆਂ ਤੋਂ ਵੀ ਪਵਿੱਤਰ ਹੋ ਜਾਈਦਾ। ਉਹ ਪਰਮੇਸ਼ਰ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ।
परमेश्वर आराधिए जिद्दू होइए पतत पुनीता। बाहर चलिया करन तप मन बैरागी होए अतीता। नारद मुनि उपदेसिया नाम निधान अम्यो रस पीता। पिछो राजे सद्या विचल राज करो नित नीता। हार चले गुरमुख जग जीता। आराधना कीती भगती कीती परमेश्वर का दर्शन प्राप्त होया। कहन लगे ध्रुव बच्चा दस की चाहिदा है। कहंदा जी कुछ नहीं चाहिदा। कहंदे क्यों नहीं चाहिदा? कहन लगा जी सारियां भुखां ही मिट गईयां। आप जी का नाम जपदियां आप जी का दर्शन करके सारियां भुखां ही दूर हो गईयां। कहंदे हुण भावें तेरी कोई इच्छा नहीं है, पर जिस वेले बैठा सी तू राज भाग की इच्छा लैके बैठा सी। इस करके पहला दुनिया का राज भाग भोग, तैनू राज भाग देने आ ते फिर तैनू अटल पदवी देवांगे। दुनिया का राज भी कीता ध्रुव ने, ध्रुव भगत ने, ते फिर अटल पदवी भी प्राप्त की। ताई महाराज ने वचन फरमाए पांच बरख को अनाथ ध्रुव बारिक। हर सिमरत अमर अटारे। 5 सालां दे ध्रुव बच्चे ने वाहिगुरु परमेश्वर का सिमरन करके अमर ते अटल पदवी प्राप्त की। जिहड़ा भगती करता है वह परमेश्वर भगती वाले दे नाल भी प्यार करता, भगत वत्सल है। ये वाहिगुरु जी दे गुण हैं। इन्हां गुणां दी विचार करके जो परमेश्वर की शरण विच पैंदा है तां महाराज साहब जी कहंदे वो ज्ञानवान हो जाता है। गुण विचारे ज्ञानी सोए। जो गुणां दी विचार करता है वो ज्ञानी हो जाता है। तां सतगुरु कहंदे भाई प्रभु दे गुणां दी विचार करो। जिथे वो पतत पावन है उत्थे वो भगत वत्सल भी है। ਉਹਦੇ गुणां ਦੀ विचार करके ਉਹਦੀ शरण ਵਿੱਚ पैना करिए। मन रे प्रभ की शरण विचारो। जेह सिमरत गणका सी उदरी ताको जासे उर धारो। अटल भयो ध्रुव जाकै सिमरन अर निर्भय पद पाया। दुख हरता ਇਹ विद को स्वामी तै काहे बिसराया। इस विधि नाल ਜਿਹੜਾ ਸਾਰੇ ਦੁੱਖਾਂ ਨੂੰ दूर ਕਰਨ वाला है ते मना तू क्यों भुलाया होया उस परमेश्वर ਨੂੰ। जब ही शरण गही कृपा निध गज ग्राह ते छूटा। महिमा नाम कहा लो वर्णो राम कहत बंधन तेह टूटा। अजामल पापी जग जाने निमख माहे निस्तारा। नानक कहत चेत चिंता मन तै पी उतरह पारा। गरीब नवाज साहब कहते उस प्रभु के गुणों की जो विचार करता है वह ज्ञानी हो जाता। जिथे वह पतत पावन है भगत वत्सल है उत्थे ਉਹਦੇ अनेकां गुण आ ते उन्हां विचों एक ਉਹਦਾ ਇਹ भी गुण है वो अंतरजामी भी है, अंदर दी जानन वाला भी है। जदों अंतरजामी गुण दी जीव विचार करता है ते फिर ऐसी भावना बनती है कि वो मेरे अंदर दियां जानन वाला है। मैनू बाहरों भी जानता है, मैनू अंदरों भी जानता है। अंतरजामी सुल्तानपुर साहब की धरती ते ही जगत गुरु जी का पावन पवित्र स्थान है। अंतरजामी सतगुरु गरीब नवाज साहब जी का श्री अंतरजामता साहिब। वो वाहिगुरु परमेश्वर अंतरजामी है। तो धन श्री गुरु नानक देव साहब महाराज जी ने अंतरजामता के नाल ही दसिया सी ना कि नवाब साहब तुसी शरीर करके मसीते हो, मन करके काबल कंधार विच घोड़े खरीदते फिरदे हो। काजी ने आख्या सी कि मेरे नाल नवाज पढ़ लो। तो महाराज साहब जी ने आख्या तू अपने घर दे विच गया होया, तेरा शरीर इत्थे है, तेरा मन तां वो विशेरी की राखी करदा फिरदा खूही विच ना डिग पवे। वो परमेश्वर अंतरजामी है, गुरु अंतरजामी है, अंदर दी जानन वाले।
घट घट के अंतर की जानत, भले बुरे की पीर पछानत। बिन बोलिया सब किश जानदा, किस आगे कीचे अरदास। बिन बकने बिन कहन कहावन, अंतरजामी जानै। बिना बोलण तो, बिना कहण तो, बिना कहाउण तो वो अंतरजामी, दिलां दियां जानन वाला, अंदर दियां जानन वाला। तां इह भी उहदा गुण है। परमेश्वर वाहिगुरू जी दे गुणां दी कोई गिणती ही नहीं है। तां ही आखिया ना, तेरे गुण बहुते मैं एक ना जानिया, मैं मूर्ख किश दीजै। प्रणवत नानक सुन मेरे साहिबा, डुबदा पत्थर लीजै। ਇਹ ਵਾਹਿਗੁਰੂ ਜੀ ਆਪ ਜੀ ਦੇ ਗੁਣ ਤਾਂ ਬੇਅੰਤੀ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਜਿਹੜਾ ਜੀਵ ਉਸ ਵਾਹਿਗੁਰੂ ਜੀ ਦੇ ਗੁਣਾਂ ਦੀ ਵਿਚਾਰ ਕਰਦਾ ਹੈ, ਉਹ ਗਿਆਨੀ ਗਿਆਨਵਾਨ ਹੋ ਜਾਂਦਾ ਹੈ। ਗੁਣ ਸਾਧ ਸੰਗਤ ਜੀ ਬੇਅੰਤੀ ਆ ਪਰਮੇਸ਼ਰ ਦੇ। ਜਿਵੇਂ ਉਸ ਨੂੰ ਦੀਨ ਦਇਆਲ ਕਿਹਾ ਜਾਂਦਾ ਹੈ, ਇਹ ਵੀ ਉਹਦਾ ਗੁਣ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਗਰੀਬ ਨਿਵਾਜਗੀ ਕਰਨ ਵਾਲਾ ਉਹਦਾ ਗੁਣ ਹੈ। ਦੀਨਾਂ ਦੁਖੀਆਂ ਦੇ ਉੱਤੇ, ਗਰੀਬਾਂ ਦੇ ਉੱਤੇ ਤਰਸ ਕਰਨਾ ਉਹਦਾ ਗੁਣ ਹੈ। ਤਾਂ ਮਹਾਰਾਜ ਸਾਹਿਬ ਜੀ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਵੀ ਫਰਮਾਉਂਦੇ ਹਨ, ਗੁਣ ਨਾਮ ਪਰਉਪਕਾਰਾਂ ਦਾ ਵੀ ਹੈ। ਜੋ ਵਾਹਿਗੁਰੂ ਜੀ ਦੇ ਪਰਉਪਕਾਰਾਂ ਨੂੰ ਵੀ ਵਿਚਾਰਦਾ ਹੈ, ਉਸ ਨੂੰ ਵੀ ਗਿਆਨ ਪ੍ਰਾਪਤ ਹੁੰਦਾ ਹੈ। ਜਿੰਨੇ ਜੀਵ ਦੇ ਉੱਤੇ ਪਰਉਪਕਾਰ ਪਰਮੇਸ਼ਰ ਵਾਹਿਗੁਰੂ ਜੀ ਨੇ ਕੀਤੇ ਆ, ਇੰਨੇ ਤਾਂ ਹੋਰ ਕਿਸੇ ਨੇ ਕੀਤੇ ਹੀ ਨਹੀਂ, ਹੋਰ ਕੋਈ ਕਰ ਹੀ ਨਹੀਂ ਸਕਦਾ। ਸਾਰਾ ਕੁਝ ਹੀ ਉਸਨੇ ਦਿੱਤਾ। ਤਨ ਵੀ ਉਹਨੇ ਦਿੱਤਾ, ਮਨ ਵੀ ਉਹਨੇ ਦਿੱਤਾ, ਧਨ ਵੀ ਉਹਨੇ ਦਿੱਤਾ। ਸਾਰੀ ਸ੍ਰਿਸ਼ਟੀ ਉਸੇ ਨੇ ਪੈਦਾ ਕੀਤੀ ਆ। ਉਹ ਤੇ ਹੈ ਹੀ ਸਭ ਤੋਂ ਵੱਡਾ ਪਰਉਪਕਾਰੀ, ਮੇਰਾ ਪ੍ਰਭ ਪਰਉਪਕਾਰੀ। ਤਾਂ ਸਤਿਗੁਰੂ ਪੰਚਮ ਪਾਤਸ਼ਾਹ ਸੁਖਮਨੀ ਸਾਹਿਬ ਦੇ ਵਿੱਚ ਗੁਣਾਂ ਦਾ ਜ਼ਿਕਰ ਕਰਦਿਆਂ ਹੋਇਆਂ ਕਹਿੰਦੇ ਆ, ਗੁਣ ਨਾਮ ਪਰਉਪਕਾਰਾਂ ਦਾ ਵੀ ਆ, ਤੇ ਪਰਮੇਸ਼ਰ ਦੇ ਪਰਉਪਕਾਰਾਂ ਨੂੰ ਬੰਦਿਆ ਚੇਤੇ ਕਰਿਆ ਕਰ। ਰਾਮ ਮਈਆ ਕੇ ਗੁਣ ਚੇਤ ਪ੍ਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਉਹ ਰਾਮ ਪਰਮੇਸ਼ਰ ਰਮੇ ਹੋਏ ਰਮੰਤੀ ਰਾਮਾ, ਪਰਮੇਸ਼ਰ ਦੇ ਗੁਣਾਂ ਨੂੰ ਚੇਤੇ ਕਰ। ਉਹਨੇ ਤੇਰੇ ਉੱਤੇ ਕਿੰਨੇ ਗੁਣ ਕੀਤੇ ਹੋਏ ਆ। ਕਵਣ ਮੂਲ ਤੇ, ਤੇਰਾ ਮੂਲ ਕੀ ਸੀ, ਤੇਰਾ ਮੁੱਢ ਕੀ ਸੀ, ਤੇਰੀ ਜੜ ਕੀ ਸੀ, ਤੇ ਤੈਨੂੰ ਕੀ ਬਣਾ ਕੇ ਉਹਨੇ ਸੰਸਾਰ ਵਿੱਚ ਪ੍ਰਗਟ ਕਰ ਦਿੱਤਾ। ਪਿਤਾ ਦੀ ਬਿੰਦ, ਮਾਤਾ ਦੀ ਰਖਤ, ਮਾਂ ਕੀ ਰਖਤ ਪਿਤਾ ਬਿੰਦ ਧਾਰਾ। ਇਹਦੇ ਤੋਂ ਤੇਰੀ ਇਹ ਨਰ ਨਰੈਣੀ ਦੇਹ ਉਹਨੇ ਬਣਾਈ ਹੈ। ਰਾਮ ਮਈਆ ਕੇ ਗੁਣ ਚੇਤ ਪ੍ਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਜਿਸ ਨੇ ਤੈਨੂੰ ਸਾਜਿਆ ਵੀ, ਤੈਨੂੰ ਸਵਾਰਿਆ ਵੀ, ਤੈਨੂੰ ਸ਼ਿੰਗਾਰਿਆ ਵੀ। ਉਹ ਵਾਹਿਗੁਰੂ ਹੀ ਸਾਜਣ ਵਾਲਾ, ਸਵਾਰਨ ਵਾਲਾ ਤੇ ਸ਼ਿੰਗਾਰਨ ਵਾਲਾ। ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭੇ ਅਗਨ ਮਹਿ ਜਿਨਹਿ ਉਬਾਰਿਆ। ਫਿਰ ਗਰਭ ਦੀ ਅੱਗ ਵਿੱਚ ਜਦੋਂ ਪੁੱਠਾ ਲਟਕਦਾ ਸੀ ਜੀ, ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ। ਉਹ ਕਿਉਂ ਭੁੱਲ ਗਿਆ ਜਿਹਨੇ ਗਰਭ ਵਿੱਚ ਪੁੱਠੇ ਲਟਕਦੇ ਦੀ ਵੀ ਰਾਖੀ ਕੀਤੀ ਹੈ। ਜਿਸ ਵੇਲੇ ਐਸੀ ਹਾਲਤ ਸੀ, ਮੁਖ ਤਲੈ ਪੈਰ ਉੱਪਰੇ ਵਸੰਦੋ, ਕੋਹ ਥੜੈ ਥਾਏ। ਨਾਨਕ ਸੋ ਧਣੀ ਕਿਉ ਵਿਸਾਰਿਓ, ਉਧਰਹਿ ਜਿਸ ਦਾ ਨਾਏ। ਗਰਭੇ ਅਗਨ ਮਹਿ ਜਿਨਹਿ ਉਬਾਰਿਆ। ਇਹ ਵੀ ਤਾਂ ਉਹਨੇ ਗੁਣ ਹੀ ਕੀਤਾ, ਇਹਨੇ ਵੀ ਤਾਂ ਪਰਉਪਕਾਰ ਹੀ ਕੀਤਾ। ਬਾਰ ਵਿਵਸਥਾ ਤੁਝਹਿ ਪਿਆਰੈ, ਦੂਧ ਬਚਪਨ ਵਿੱਚ ਪੀਣ ਵਾਸਤੇ ਦੁੱਧ ਦਿੱਤਾ, ਇਹ ਵੀ ਵਾਹਿਗੁਰੂ ਦਾ ਪਰਉਪਕਾਰ ਹੈ।
ਭਰ ਜੋਬਨ ਭੋਜਨ ਸੁਖ ਸੂਦ। ਜਦੋਂ ਭਰ ਜੋਬਨ ਦੇ ਵਿੱਚ ਜਵਾਨੀ ਵਿੱਚ ਹੋਇਆ, ਉਹਨੇ ਪਦਾਰਥ ਦਿੱਤੇ, ਉਹਨੇ ਸਮਝ ਸੂਝ ਦਿੱਤੀ ਹੈ। ਇਹ ਸਾਰੀਆਂ ਬਰਕਤਾਂ, ਸਾਰੀਆਂ ਦਾਤਾਂ ਇਹ ਵਾਹਿਗੁਰੂ ਜੀ ਦੇ ਕੀਤੇ ਹੋਏ ਗੁਣ ਹੀ ਹਨ। ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ। ਬਜ਼ੁਰਗ ਹੋ ਗਿਆ ਤੇ ਸਾਕ ਸੰਬੰਧੀ ਉੱਪਰ ਸੇਵਾ ਤੇ ਲਾ ਦਿੱਤੇ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਪਿਆਓ ਬੈਠ ਕਉ ਦੈਨ। ਬੈਠੇ ਨੂੰ ਹੀ ਮੁਖ ਵਿੱਚ ਭੋਜਨ ਦੇਣ ਵਾਸਤੇ ਸੰਬੰਧੀ ਦੇ ਦਿੱਤੇ। ਪੰਚਮ ਪਾਤਸ਼ਾਹ ਕਹਿੰਦੇ ਇਹੋ ਨਿਰਗੁਣ, ਗੁਣ ਕਛੂ ਨਾ ਬੂਝੈ, ਬਖਸ਼ ਲੇਹੋ ਤਉ ਨਾਨਕ ਸੀਜੈ। ਇਹ ਐਸਾ ਨਿਰਗੁਣ ਯਾਰਾ ਜੀਵ ਹੈ। ਪਰਮੇਸ਼ਰ ਨੇ ਇੰਨੇ ਗੁਣ ਕੀਤੇ, ਇੰਨੇ ਪਰਉਪਕਾਰ ਕੀਤੇ, ਇੰਨੀਆਂ ਦਾਤਾਂ ਦਿੱਤੀਆਂ, ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਇੰਨਾ ਕੁਝ ਦਿੱਤਾ। ਕਿੰਨਾ ਕੁ ਕੁਝ ਦਿੱਤਾ? ਸਾਰਾ ਕੁਝ ਹੀ ਉਹਨੇ ਦਿੱਤਾ, ਗਿਣਿਆ ਹੀ ਨਹੀਂ ਜਾ ਸਕਦਾ। ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉ ਬਿਸਰੈ ਜੇ ਜੀਵਨ ਜੀਆ। ਉਹ ਤਾਂ ਭੁੱਲਣਾ ਨਹੀਂ ਚਾਹੀਦਾ। ਮਹਾਰਾਜ ਕਹਿੰਦੇ ਇਹਨੂੰ ਚੇਤੇ ਨਹੀਂ ਆਉਂਦਾ। ਇਹੋ ਨਿਰਗੁਣ, ਗੁਣ ਕਛੂ ਨਾ ਬੂਝੈ, ਬਖਸ਼ ਲੇਹੋ ਤਉ ਨਾਨਕ ਸੀਜੇ। ਮਹਾਰਾਜ ਕਹਿੰਦੇ ਪ੍ਰਭੂ ਆਪ ਹੀ ਬਖਸ਼ ਲਓ ਤੇ ਤਾਂ ਇਹਦੀ ਕਲਿਆਣ ਹੋ ਸਕਦੀ ਹੈ। ਨਿਰਗੁਣੀ ਆਰਾ ਜੀਵ ਤੇ ਆਪ ਜੀ ਦੇ ਗੁਣਾਂ ਨੂੰ ਯਾਦ ਹੀ ਨਹੀਂ ਕਰਦਾ, ਆਪ ਜੀ ਦੇ ਪਰਉਪਕਾਰਾਂ ਨੂੰ ਚੇਤੇ ਹੀ ਨਹੀਂ ਕਰਦਾ। ਤੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ ਉਹਨੂੰ ਫਿਰ ਗਿਆਨ ਪ੍ਰਾਪਤ ਹੁੰਦਾ, ਕਿਉਂਕਿ ਇੱਕ ਇੱਕ ਵਾਹਿਗੁਰੂ ਜੀ ਦਾ ਗੁਣ ਗਿਆਨ ਦੇਣ ਵਾਲਾ ਹੈ। ਇੱਕ ਇੱਕ ਪਰਉਪਕਾਰ ਦਾ ਚੇਤਾ ਕਰੇ ਤੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਵੇ, ਉਹਦਾ ਸ਼ੁਕਰਾਨਾ ਕਰੇ। ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਗਰੀਬ ਨਵਾਜ ਕਹਿੰਦੇ ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ। ਵੇਖ ਪਰਮੇਸ਼ਰ ਨੇ ਤੈਨੂੰ 36 ਪ੍ਰਕਾਰ ਦੇ ਭੋਜਨ ਦਿੱਤੇ ਖਾਣ ਵਾਸਤੇ, ਤੇ ਜਿਹਦੀ ਕਿਰਪਾ ਦੇ ਨਾਲ ਤੂੰ ਇਹ ਤਰ੍ਹਾਂ ਤਰ੍ਹਾਂ ਦੇ ਪਦਾਰਥ ਛਕ ਰਿਹਾ ਹੈ। ਇਸ ਠਾਕੁਰ ਕਉ ਰੱਖ ਮਨ ਮਾਹੇ, ਉਸ ਮਾਲਕ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖ। ਜਿਹ ਪ੍ਰਸਾਦ ਬਸਹਿ ਸੁਖ ਮੰਦਰ, ਜਿਸ ਵਾਹਿਗੁਰੂ ਦੀ ਕਿਰਪਾ ਨਾਲ ਸੋਹਣਾ ਘਰ ਮਿਲਿਆ ਹੋਇਆ ਹੈ ਤੇ ਤੂੰ ਸੁਖ ਪੂਰਵਕ ਸੋਹਣੇ ਮਕਾਨ ਵਿੱਚ ਰਹਿਣਾ ਹੈ ਤੇ ਉਸ ਨੂੰ ਆਪਣੇ ਅੰਦਰ ਯਾਦ ਕਰਿਆ ਕਰ। ਇਹ ਵਾਹਿਗੁਰੂ ਨੇ ਗੁਣ ਹੀ ਕੀਤੇ ਨਾ, ਇਹ ਉਹਨੇ ਪਰਉਪਕਾਰ ਹੀ ਕੀਤੇ ਨਾ, ਇਹ ਉਹਨੇ ਦਾਤਾਂ ਦਿੱਤੀਆਂ। ਜਿਹ ਪ੍ਰਸਾਦ ਬਸਹਿ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੁ ਤਿਸ ਰਸਨਾ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਦੇ ਗੁਣਾਂ ਦੀ ਭਾਈ ਵਿਚਾਰ ਕਰਨੀ ਚਾਹੀਦੀ ਹੈ, ਉਸ ਦੇ ਗੁਣਾਂ ਦੀ, ਪ੍ਰਭੂ ਜੀ ਦੇ ਜਸ ਦੀ ਵਿਚਾਰ ਕਰ, ਗੁਣਾਂ ਪਰਉਪਕਾਰਾਂ ਦੀ ਵਿਚਾਰ ਕਰ। ਜਿਹੜਾ ਗੁਣਾਂ ਦੀ ਵਿਚਾਰ ਕਰਦਾ ਹੈ ਗਿਆਨੀ ਸੋਏ, ਉਹ ਫਿਰ ਸੋਏ, ਉਹ ਜੀਵ ਗਿਆਨੀ ਹੋ ਜਾਂਦਾ ਹੈ, ਉਸ ਨੂੰ ਗਿਆਨ ਪ੍ਰਾਪਤ ਹੁੰਦਾ ਹੈ। ਗੁਣ ਮਹਿ ਗਿਆਨ ਪ੍ਰਾਪਤ ਹੋਏ, ਕਿਉਂਕਿ ਗੁਣਾਂ ਦੇ ਵਿੱਚ ਗਿਆਨ ਹੈ। ਪਰਮੇਸ਼ਰ ਵਾਹਿਗੁਰੂ ਜੀ ਗੁਣੀ ਨਿਧਾਨ ਹੈ, ਉਹ ਗੁਣਾਂ ਦਾ ਸਾਗਰ ਹੈ, ਗੁਣਾਂ ਦਾ ਖਜ਼ਾਨਾ ਹੈ। ਉਹਦੇ ਬੇਅੰਤੀ ਗੁਣ ਹਨ। ਸਾਰੇ ਗੁਣ ਭਾਵੇਂ ਬਿਆਨ ਨਹੀਂ ਕੀਤੇ ਜਾ ਸਕਦੇ, ਪਰ ਉਹ ਵਾਹਿਗੁਰੂ ਪਰਮੇਸ਼ਰ ਦਿਆਲੂ ਹੈ, ਕਿਰਪਾਲੂ ਹੈ, ਪਤਿਤ ਪਾਵਨ ਹੈ, ਭਗਤ ਵਸ਼ਲ ਹੈ, ਅੰਤਰਜਾਮੀ ਹੈ। ਐਸੇ ਉਹਦੇ ਅਨੇਕਾਂ ਹੀ ਗੁਣ ਹਨ। ਤੇ ਜਦੋਂ ਜੀਵ ਉਹਨਾਂ ਗੁਣਾਂ ਦੀ ਵਿਚਾਰ ਕਰਦਾ ਹੈ ਫਿਰ ਗੁਣਾਂ ਦੇ ਵਿੱਚੋਂ ਹੀ ਗਿਆਨ ਪ੍ਰਾਪਤ ਹੁੰਦਾ। ਜਦੋਂ ਉਹਨਾਂ ਗੁਣਾਂ ਨੂੰ ਯਾਦ ਕੀਤਾ ਜਾਂਦਾ ਹੈ, ਕਿਉਂਕਿ ਗੁਣਾਂ ਨੂੰ ਹੀ ਗਾਇਆ ਜਾਂਦਾ ਹੈ ਨਾ। ਪਰਮੇਸ਼ਰ ਵਾਹਿਗੁਰੂ ਜੀ ਦਾ ਜਸ ਉਹਦੇ ਗੁਣਾਂ ਕਰਕੇ ਹੀ ਗਾਇਆ ਜਾਂਦਾ ਹੈ। ਉਹਦੇ ਵਿੱਚ ਕਿੱਡੀ ਵੱਡੀ ਧੀਰਜ ਵਾਲਾ ਗੁਣ ਹੈ, ਕਿੱਡਾ ਵੱਡਾ ਖਿਮਾ ਵਾਲਾ ਗੁਣ ਹੈ। ਔਰ ਉਹ ਪਰਮੇਸ਼ਰ ਵਾਹਿਗੁਰੂ
ਫਿਰ ਬਖਸ਼ਿੰਦ ਹੈ, ਬਖਸ਼ਣ ਵਾਲਾ ਵੀ ਉਹਦਾ ਕਿੱਡਾ ਵੱਡਾ ਗੁਣ ਹੈ। ਤਰਸ ਕਰਨ ਵਾਲਾ ਹੈ, ਰਹਿਮਤ ਕਰਨ ਵਾਲਾ, ਮਿਹਰਬਾਨ ਹੈ, ਦੀਨ ਦਇਆਲ ਹੈ। ਇਸ ਤੋਂ ਆਦਿਕ ਕਿੰਨੇ ਉਹਦੇ ਗੁਣ ਹਨ। ਫਿਰ ਉਹ ਦਾਤਾ ਹੈ, ਦਾਤਾਂ ਦੇਣ ਵਾਲਾ ਹੈ। ਜਿਸ ਵੇਲੇ ਉਹਦੇ ਇੱਕ ਇੱਕ ਗੁਣ ਦੀ ਵਿਚਾਰ ਕੀਤੀ ਜਾਂਦੀ ਹੈ ਤੇ ਇੱਕ ਇੱਕ ਗੁਣ ਦੇ ਵਿੱਚੋਂ ਗਿਆਨ ਪ੍ਰਾਪਤ ਹੁੰਦਾ। ਇਹ ਦਾਤਾ ਹੋਣਾ ਉਹਦਾ ਗੁਣ ਹੈ। ਉਹ ਦਾਤਾ ਹੈ, ਸਾਰਿਆਂ ਨੂੰ ਦਾਤਾਂ ਦੇ ਰਿਹਾ ਹੈ। ਹਮਾਰੇ ਕਹਿੰਦੇ ਨਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਤੇ ਜਿਸ ਵੇਲੇ ਇਹ ਗੁਣ ਹਿਰਦੇ ਵਿੱਚ ਆਵੇਗਾ ਵੀ ਪਰਮੇਸ਼ਰ ਦਾਤਾ ਹੈ, ਉਹ ਦਾਤਾਂ ਦੇਣ ਵਾਲਾ ਹੈ, ਉਹ ਸਾਰੇ ਸੰਸਾਰ ਨੂੰ ਦਾਤਾਂ ਦੇ ਰਿਹਾ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵੇ, ਅਗਣਤ ਭਰੇ ਭੰਡਾਰ। ਤਾਂ ਫਿਰ ਉਹਦੇ ਨਾਲ ਜੁੜਿਆ ਜਾਂਦਾ ਹੈ। ਫਿਰ ਦਇਆਲ, ਦਇਆ ਦਾ ਘਰ ਹੈ, ਦਿਆਲੂ ਹੈ, ਤਰਸ ਨਾਲ ਭਰਿਆ ਹੋਇਆ, ਦਇਆ ਕਰਨ ਵਾਲਾ। ਤੋ ਮਹਾਰਾਜ ਸਾਹਿਬ ਜੀ ਕਹਿੰਦੇ, ਜਿਸ ਵੇਲੇ ਉਹਦੇ ਗੁਣਾਂ ਦੀ ਵਿਚਾਰ ਕਰੀਏ, ਗੁਣ ਮਹਿ ਗਿਆਨ ਪ੍ਰਾਪਤ ਹੋਏ। ਫਿਰ ਗੁਣਾਂ ਦੇ ਵਿੱਚੋਂ ਪ੍ਰਭੂ ਦੇ ਜਸ ਗਾਉਂਦਿਆਂ ਹੋਇਆਂ, ਪ੍ਰਭੂ ਦੇ ਗੁਣਾਂ ਨੂੰ ਗਾਉਂਦਿਆਂ ਹੋਇਆਂ, ਪ੍ਰਭੂ ਪਰਮੇਸ਼ਰ ਦੇ ਪਰਉਪਕਾਰਾਂ ਨੂੰ ਯਾਦ ਕਰਦਿਆਂ ਹੋਇਆਂ, ਉਹਨਾਂ ਦੇ ਵਿੱਚੋਂ ਗਿਆਨ ਪ੍ਰਾਪਤ ਹੁੰਦਾ ਹੈ। ਗੁਣ ਦਾਤਾ ਬਿਰਲਾ ਸੰਸਾਰ। ਇਹ ਭਾਈ ਕੋਈ ਵਿਰਲਾ ਹੀ ਗੁਣਾਂ ਨੂੰ ਦੇਣ ਵਾਲਾ, ਗੁਣਾਂ ਦਾ ਦਾਤਾ ਹੈ ਸੰਸਾਰ ਦੇ ਵਿੱਚ। ਜਿਸ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ ਗੁਣ ਦਿੱਤੇ ਹੋਏ ਨਾ, ਉਹ ਫਿਰ ਗੁਣਾਂ ਨੂੰ ਅੱਗੇ ਦੇਣ ਵਾਲਾ, ਗੁਣਾਂ ਦਾ ਦਾਤਾ ਕੋਈ ਵਿਰਲਾ ਹੀ ਆ ਸੰਸਾਰ ਦੇ ਵਿੱਚ। ਕੋਈ ਮਹਾਂਪੁਰਖ, ਕੋਈ ਪ੍ਰਭੂ ਦਾ ਪਿਆਰਾ ਬੰਦਗੀ ਵਾਲਾ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਜਿਨ੍ਹਾਂ ਉੱਤੇ ਵਾਹਿਗੁਰੂ ਜੀ ਕਿਰਪਾ ਕਰਦੇ ਆ, ਆਪਣਾ ਸਿਮਰਨ ਦਿੰਦੇ, ਆਪਣੀ ਬੰਦਗੀ ਦਿੰਦੇ ਆ, ਤੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦੇ ਨਾਲ ਨਾਲ ਸਾਰੇ ਗੁਣ ਵੀ ਉਸ ਮਹਾਂਪੁਰਖ ਦੇ ਅੰਦਰ ਆ ਜਾਂਦੇ। ਪ੍ਰਭੂ ਦੇ ਭਗਤ ਦੇ ਅੰਦਰ ਸਾਰੇ ਗੁਣ ਵੀ ਆਉਂਦੇ, ਪਰਮੇਸ਼ਰ ਦੇ ਗੁਣ ਆਉਂਦੇ। ਪਰਮੇਸ਼ਰ ਵਾਹਿਗੁਰੂ ਜੀ ਆਪਣੇ ਗੁਣ ਆਪਣੇ ਭਗਤਾਂ, ਸੰਤਾਂ, ਗੁਰਮੁਖਾਂ, ਮਹਾਂਪੁਰਖਾਂ ਦੇ ਰਾਹੀਂ ਹੀ ਸੰਸਾਰ ਦੇ ਵਿੱਚ ਪ੍ਰਗਟ ਕਰਦੇ। ਜੋ ਪ੍ਰਭੂ ਦੇ ਗੁਣ ਹਨ ਤੇ ਸਿਮਰਨ ਦੇ ਰਾਹੀਂ ਹੀ ਗੁਣ ਆਉਂਦੇ ਆ, ਪ੍ਰਭੂ ਦੀ ਬੰਦਗੀ ਦੇ ਰਾਹੀਂ। ਮਹਾਰਾਜ ਸਾਹਿਬ ਕਹਿੰਦੇ ਨਾ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭੂ ਦੇ ਸਿਮਰਨ ਕਰਨ ਵਾਲੇ ਦੇ ਅੰਦਰ ਸਾਰੇ ਗੁਣ ਆ ਜਾਂਦੇ। ਪ੍ਰਭੂ ਦਾ ਸਿਮਰਨ ਹੀ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਦੇ ਦਿੰਦਾ ਹੈ। ਪ੍ਰਭੂ ਦਾ ਸਿਮਰਨ ਹੀ ਗਿਆਨ ਦੇ ਦਿੰਦਾ ਹੈ, ਧਿਆਨ ਦੇ ਦਿੰਦਾ ਹੈ। ਨਿਰਗੁਣ ਸਰੂਪ ਦਾ ਗਿਆਨ, ਸਰਗੁਣ ਦਾ ਧਿਆਨ, ਤੇ ਤਤ ਨੂੰ ਸਮਝਣ ਵਾਲੀ ਬੁੱਧੀ ਵੀ ਪ੍ਰਭੂ ਦਾ ਸਿਮਰਨ ਹੀ ਬਖਸ਼ਿਸ਼ ਕਰਦਾ। ਉਹ ਤਤ ਸਰੂਪ, ਸਿਧਾਂਤ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਜਾਣਨ ਵਾਲੀ ਤਤ ਬੁੱਧ, ਸ੍ਰੇਸ਼ਟ ਬੁੱਧ ਵੀ ਪ੍ਰਭੂ ਦੇ ਸਿਮਰਨ ਵਿੱਚੋਂ ਹੀ ਮਿਲਦੀ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਫਿਰ ਜਪ ਕਰਨ ਵਾਲਾ ਵੀ ਗੁਣ ਪ੍ਰਭੂ ਦੇ ਸਿਮਰਨ ਵਿੱਚੋਂ ਹੀ ਮਿਲਦਾ ਹੈ, ਤਪ ਵੀ, ਪੂਜਾ ਵੀ, ਤੇ ਅੰਦਰੋਂ ਦੂਜਾ ਭਾਵ ਦਵੈ ਤੀਰਖਾ ਵੀ ਦੂਰ ਪ੍ਰਭੂ ਦੇ ਸਿਮਰਨ ਕਰਕੇ ਹੁੰਦੀ ਹੈ। ਤਾਂ ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ ਹੀ ਤ੍ਰਿਸ਼ਨਾ ਦੂਰ ਹੁੰਦੀ ਹੈ ਤੇ ਸਬਰ ਸੰਤੋਖ ਵਾਲਾ ਗੁਣ ਮਿਲਦਾ। ਜਿਵੇਂ ਮਹਾਰਾਜ ਕਹਿੰਦੇ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ,
ਜਦੋਂ ਤ੍ਰਿਸ਼ਨਾ ਬੁਝੇਗੀ ਤੇ ਫਿਰ ਸੰਤੋਖ ਆਵੇਗਾ, ਲਾਲਚ ਦੂਰ ਹੋਵੇਗਾ ਤੇ ਫਿਰ ਸੰਤੋਖ ਆਵੇਗਾ। ਇਹ ਸੰਤੋਖ ਵੀ ਵੱਡਾ ਗੁਣ ਹੈ, ਕਿਉਂਕਿ ਸੰਤੋਖ ਤੋਂ ਬਿਨਾਂ ਰੱਜ ਨਹੀਂ ਸਕਦਾ ਕੋਈ, ਸੰਤੋਖ ਤੋਂ ਬਿਨਾਂ ਤ੍ਰਿਪਤੀ ਨਹੀਂ ਹੋ ਸਕਦੀ। ਦੁਨੀਆ ਦੀ ਸਾਰੀ ਦੌਲਤ ਮਿਲ ਜਾਵੇ, ਸਾਰੇ ਰੁਪਈਏ ਮਿਲ ਜਾਣ, ਜੇ ਸੰਤੋਖ ਰੂਪੀ ਦੌਲਤ ਨਾ ਮਿਲੇ ਤੇ ਬੰਦਾ ਰੱਜਦਾ ਹੀ ਨਹੀਂ ਹੈ, ਫਿਰ ਭੁੱਖਾ ਹੀ ਰਹਿੰਦਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਤਾਂ ਆਰੰਭ ਵਿੱਚ ਹੀ ਇਹ ਬਚਨ ਕਹਿ ਦਿੱਤੇ ਵੀ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਭੁੱਖੇ ਜੀਵ ਦੀ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਉਤਰਦੀ ਹੈ, ਭਾਵੇਂ ਸਾਰੀਆਂ ਪੁਰੀਆਂ ਚੜ੍ਹਦੇ ਲਹਿੰਦੇ ਦੱਖਣ ਪਹਾੜ ਦੇ ਜਿੰਨੇ ਪਦਾਰਥ ਵਾ ਉਹ ਸਾਰੇ ਮਿਲ ਜਾਣ, ਫਿਰ ਵੀ ਅੰਦਰੋਂ ਤ੍ਰਿਸ਼ਨਾ ਦੀ ਭੁੱਖ ਨਹੀਂ ਦੂਰ ਹੁੰਦੀ। ਤੇ ਪ੍ਰਭੂ ਦਾ ਸਿਮਰਨ ਐਸਾ ਹੈ, ਸਿਮਰਨ ਤ੍ਰਿਸ਼ਨਾ ਨੂੰ ਦੂਰ ਕਰ ਦਿੰਦਾ, ਸਿਮਰਨ ਗੁਣ ਦਿੰਦਾ ਹੈ, ਸੰਤੋਖ ਵੀ ਸਿਮਰਨ ਦੇ ਨਾਲ ਹੀ ਮਿਲਦਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਐਸਾ ਜੋ ਗੁਣਾਂ ਨੂੰ ਵੰਡਣ ਵਾਲਾ ਹੈ ਨਾ, ਗੁਣਾਂ ਨੂੰ ਦੇਣ ਵਾਲਾ ਹੈ, ਉਹ ਕੋਈ ਵਿਰਲਾ ਹੀ ਆ ਸੰਸਾਰ ਦੇ ਵਿੱਚ, ਕਿਉਂਕਿ ਉਹੀ ਵੰਡੇਗਾ ਨਾ ਜੋ ਜੀਵ ਦੇ ਕੋਲੇ ਹੈ, ਜੋ ਆਪਣੇ ਪਾਸ ਹੈ ਉਹ ਅੱਗੇ ਵੰਡਿਆ ਜਾਵੇਗਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਗੁਣ ਦਾਤਾ ਵਿਰਲਾ ਸੰਸਾਰ, ਗੁਣਾਂ ਦਾ ਦਾਤਾ ਕੋਈ ਵਿਰਲਾ ਹੀ ਆ ਸੰਸਾਰ ਦੇ ਵਿੱਚ। ਗੁਣਾਂ ਦੇ ਦਾਤੇ ਕੌਣ ਆ? ਗੁਣਾਂ ਦੇ ਦਾਤੇ ਸਤਿਗੁਰੂ ਆਪ ਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਆ ਗੁਣਾਂ ਦੇ ਦਾਤੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਕਿੰਨੇ ਗੁਣ ਦਿੱਤੇ। ਗਰੀਬ ਨਵਾਜ ਸਾਹਿਬ ਜੀ ਮਹਾਰਾਜ ਸਾਹਿਬ ਜੀ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਬਾਣੀ ਬਾਣੇ ਦੀ ਦਾਤ ਬਖਸ਼ਿਸ਼ ਕੀਤੀ, ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ, ਤੇ ਮਹਾਰਾਜ ਸਾਹਿਬ ਜੀ ਆਪ ਗੁਣਾਂ ਦੇ ਦਾਤੇ। ਤੇ ਸਾਰੇ ਸੰਸਾਰ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜਿੱਥੇ ਨਾਮ ਦੀ ਸਤਿਗੁਰੂ ਸਾਹਿਬ ਜੀ ਨੇ ਵਰਖਾ ਕੀਤੀ ਹੈ, ਨਾਮ ਦੀ ਦਾਤ ਬਖਸ਼ੀ ਹੈ, ਬਾਣੀ ਦੀ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਉੱਥੇ ਬਾਣੀ ਦੇ ਦੁਆਰਾ ਮਹਾਰਾਜ ਸਾਹਿਬ ਜੀ ਨੇ ਸੰਸਾਰ ਦੇ ਵਿੱਚ ਗੁਣ ਵੰਡੇ ਆ। ਗੁਣ ਇੱਕ ਇੱਕ ਦਾ ਜ਼ਿਕਰ ਇਤਿਹਾਸ ਵਿੱਚ ਮਹਾਰਾਜ ਸਾਹਿਬ ਜੀ ਨੇ ਔਗਣਾਂ ਵਾਲਿਆਂ ਨੂੰ ਗੁਣਾਂ ਵਾਲੇ ਬਣਾ ਦਿੱਤਾ। ਗੁਣਾਂ ਵਾਲੇ ਭਾਵੇਂ ਰਾਏ ਭੋਏ ਦੀ ਤਲਵੰਡੀ ਦਾ ਜ਼ਿਕਰ, ਭਾਵੇਂ ਸੁਲਤਾਨਪੁਰ ਲੋਧੀ ਦੀ ਧਰਤੀ ਦਾ ਜ਼ਿਕਰ ਇਤਿਹਾਸ ਵਿੱਚ ਹੈ, ਭਾਵੇਂ ਉਦਾਸੀਆਂ ਦੇ ਸਮੇਂ ਦਾ ਜ਼ਿਕਰ ਆਉਂਦਾ ਹੈ। ਜਿਹੜਾ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ ਉਸ ਨੂੰ ਗੁਣ ਪ੍ਰਾਪਤ ਹੁੰਦੇ, ਕਿਉਂਕਿ ਸਤਿਗੁਰੂ ਗੁਣਾਂ ਦੇ ਭੰਡਾਰ ਆ, ਗੁਣਾਂ ਦੇ ਸਾਗਰ ਆ, ਗੁਣੀ ਨਿਧਾਨ ਆ। ਜਿਵੇਂ ਜਨੇਊ ਪਾਉਣ ਵਾਸਤੇ ਪੰਡਤ ਹਰਦਿਆਲ ਜੀ ਆਏ ਸਨ ਤੇ ਮਹਾਰਾਜ ਸਾਹਿਬ ਜੀ ਨੇ ਗੁਣ ਦੇ ਕਰਕੇ ਨਿਹਾਲ ਕਰ ਦਿੱਤਾ। ਕਹਿਣ ਲੱਗੇ ਪੰਡਤ ਜੀ ਐਸਾ ਜਨੇਊ ਪਾਓ ਜਿਹਦੀ ਕਪਾਹ ਦਇਆ ਦੀ ਹੋਵੇ, ਸੰਤੋਖ ਦਾ ਸੂਤ ਹੋਵੇ, ਜੱਤ ਦੀਆਂ ਗੰਢਾਂ ਹੋਣ ਤੇ ਸੱਤ ਦਾ ਵੱਟ ਚੜਿਆ ਹੋਵੇ, ਇਹੋ ਜਿਹਾ ਜਨੇਊ ਪਾਓ। ਸਾਨੂੰ ਬਜ਼ੁਰਗ ਸੀ ਪੰਡਤ ਹਰਦਿਆਲ ਤੇ ਜਗਿਆਸੂ ਵੀ ਸੀ, ਉਹਦੇ ਅੰਦਰ ਆਸਾ ਵੀ ਜਾਗੀ ਹੋਈ ਸੀ ਕਿ ਮੈਨੂੰ ਗੁਰੂ ਸਾਹਿਬ ਜੀ ਆਪਣੀ ਰਸਨਾ ਤੋਂ ਉਪਦੇਸ਼ ਬਖਸ਼ਿਸ਼ ਕਰਨ। ਉਹਦੇ ਅੰਦਰ ਦੀ ਭਾਵਨਾ ਵੀ ਸੀ, ਕਿਉਂਕਿ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਤੇ ਉਸ ਦਿਨ ਸਭ ਤੋਂ ਪਹਿਲਾਂ ਜਿੱਥੇ ਪਰਿਵਾਰ ਨੇ ਮਹਾਰਾਜ ਦੇ ਦਰਸ਼ਨ ਕਰਨੇ ਹੀ ਸਨ, ਦੌਲਤਾਂ ਦਾਈ ਨੇ ਦਰਸ਼ਨ ਕੀਤੇ ਸੀ, ਤੇ ਉਸ ਦਿਨ ਪਹਿਲੇ ਦਿਨ ਚੜੇ ਤੋਂ ਪੰਡਤ ਹਰਦਿਆਲ ਨੇ ਵੀ ਦਰਸ਼ਨ ਕੀਤੇ ਸੀ। ਪਿਤਾ ਜੀ ਨੇ ਬੁਲਾਇਆ ਸੀ ਪੰਡਤ ਹਰਦਿਆਲ ਜੀ ਨੂੰ, ਉਹ ਦਰਸ਼ਨ ਕਰਕੇ ਗਿਆ ਸੀ ਤੇ ਉਸੇ ਦਿਨ ਦੀ ਉਹਦੇ ਮਨ ਦੀ ਭਾਵਨਾ ਸੀ ਜਦੋਂ ਇਹ ਵੱਡੇ ਹੋਣਗੇ, ਚੱਲਣ ਫਿਰਨ ਲੱਗਣਗੇ, ਬੋਲਣ ਲੱਗਣਗੇ ਤੇ ਫਿਰ ਇਹ ਕੋਈ ਆਪਣੀ ਰਸਨਾ ਤੋਂ ਉਪਦੇਸ਼ ਦੇਣਗੇ, ਇਹਨਾਂ ਦੀ ਰਸਨਾ ਤੋਂ ਉਪਦੇਸ਼ ਲੈ ਕੇ ਮੈਂ ਨਿਹਾਲ ਹੋਵਾਂਗਾ। ਹੁਣ ਜਦੋਂ ਪਿਤਾ ਜੀ ਨੇ ਸਾਰਾ ਪ੍ਰੋਗਰਾਮ ਘਰੇ ਬਣਾਇਆ ਹੈ ਕਿ ਆਪਣੇ ਪੁੱਤਰ ਨਾਨਕ ਨੂੰ ਜਨੇਊ ਪਾਉਣਾ ਹੈ, ਸੁਭਾਵਕ ਹੀ ਸੀ
ਕਿ ਇਹ ਰਹੁ ਰੀਤ ਪਹਿਲਾਂ ਚੱਲਦੀ ਸੀ, ਕਿਉਂਕਿ ਸਿੱਖੀ ਦਾ ਸੰਬੰਧ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਤੋਂ ਆਰੰਭ ਹੋਇਆ ਨਾ। ਉਦੋਂ ਪਹਿਲੋਂ ਪਰਿਵਾਰਕ ਮੈਂਬਰ ਜਿਹੜੇ ਵੱਡੇ ਵਡੇਰੇ ਸਨ ਉਹ ਸਾਰੀਆਂ ਇਹ ਰਹੁ ਰੀਤਾਂ ਕਰਦੇ ਸੀਗੇ, ਤੇ ਸਾਰੇ ਰਿਸ਼ਤੇਦਾਰ ਵੀ ਸੱਦੇ, ਕਿਉਂਕਿ ਇਹ ਧਾਰਮਿਕ ਕਰਮ ਹੈ। ਸਾਰੇ ਰਿਸ਼ਤੇਦਾਰ ਸੱਦੇ, ਬੇਦੀ ਪਰਿਵਾਰ, ਬ੍ਰਾਹਮਣ ਨਗਰ ਦੇ ਸੱਦੇ, ਖੱਤਰੀ ਵੀ ਸੱਦੇ, ਪੰਡਤ ਹਰਦਿਆਲ, ਤੇ ਪੰਡਤ ਨੂੰ ਗੁਰੂ ਮੰਨਿਆ ਜਾਂਦਾ ਸੀ। ਉਹ ਜਨੇਊ ਪਾਉਂਦਾ, ਨਾਲ ਮੰਤਰ ਵੀ ਕੰਨ ਵਿੱਚ ਦਿਆ ਕਰਦਾ ਸੀ। ਜਦੋਂ ਉਹਨਾਂ ਨੇ ਵਟਿਆ ਹੋਇਆ ਜਨੇਊ ਪਾਉਣ ਲੱਗਾ ਤੇ ਬਾਬਾ ਜੀ ਕਹਿਣ ਲੱਗੇ ਇਹ ਤਾਂ ਨਹੀਂ ਪਾਉਣਾ, ਪਹਿਲਾਂ ਮੈਨੂੰ ਦੱਸੋ ਇਹ ਕਾਹਦੇ ਵਾਸਤੇ ਪਾਈਦਾ। ਗੁਣ ਦਾਤਾ ਸਤਿਗੁਰੂ ਗੁਣਾਂ ਦੇ ਦਾਤੇ ਆ। ਕਹਿਣ ਲੱਗੇ ਦੱਸੋ ਇਹ ਕਾਹਦੇ ਵਾਸਤੇ ਪਾਈਦਾ, ਇਸ ਪਾਉਣ ਨਾਲ ਵਾਧਾ ਕੀ ਹੁੰਦਾ, ਜੇ ਨਾ ਪਾਈਏ ਘਾਟਾ ਕੀ ਪੈਂਦਾ। ਪੰਡਤ ਹਰਦਿਆਲ ਨੇ ਆਖਿਆ ਵੀ ਅੱਜ ਤੀਕ ਕਈਆਂ ਦੇ ਜਨੇਊ ਪਾਏ ਚੁੱਪ ਕਰਕੇ ਪਵਾ ਲੈਂਦੇ ਸੀ, ਅੱਜ ਪਹਿਲੇ ਦਿਨ। ਇਸ ਬਾਲਕ ਨੇ ਪੁੱਛਿਆ ਵੀ ਇਸ ਪਾਉਣ ਦਾ ਲਾਭ ਕੀ ਹੈ। ਫਿਰ ਪੰਡਤ ਆਪਣੇ ਤਰੀਕੇ ਨਾਲ ਦੱਸਣ ਲੱਗਾ, ਕਹਿੰਦਾ ਜੀ ਇਹ ਜਦੋਂ ਪਾਈਦਾ ਵਾ ਇਹਦੇ ਨਾਲ ਫਿਰ ਧਰਮ ਵਿੱਚ ਪ੍ਰਵੇਸ਼ ਕਰ ਜਾਈਦਾ, ਫਿਰ ਦਵਿਜ ਬਣ ਜਾਈਦਾ ਹੈ। ਹਰੇਕ ਧਰਮ ਵਿੱਚ ਦੂਸਰਾ ਜਨਮ ਮੰਨਿਆ ਹੋਇਆ। ਕਹਿਣ ਲੱਗਾ ਜੀ ਇਸ ਪਾਉਣ ਦੇ ਨਾਲ ਦੂਜਾ ਜਨਮ ਹੋ ਜਾਂਦਾ ਹੈ, ਧਰਮ ਦੇ ਵਿੱਚ ਆ ਜਾਈਦਾ ਹੈ, ਫਿਰ ਧਰਮੀ ਬਣ ਜਾਈਦਾ ਹੈ। ਤੇ ਸਤਿਗੁਰੂ ਕਹਿੰਦੇ ਜੇ ਨਾ ਪਾਈਏ ਫਿਰ, ਕਹਿੰਦਾ ਫਿਰ ਧਰਮੀ ਨਹੀਂ ਬਣੀਦਾ, ਫਿਰ ਦਵਿਜ ਨਹੀਂ ਬਣੀਦਾ, ਫਿਰ ਦੂਜਾ ਜਨਮ ਨਹੀਂ ਹੁੰਦਾ। ਮਹਾਰਾਜ ਕਹਿੰਦੇ ਇੱਕ ਧਾਗਾ ਪਾਉਣ ਨਾਲ ਹੀ ਬੰਦਾ ਧਰਮੀ ਬਣ ਜਾਂਦਾ। ਇਹ ਕਪਾਹ ਦਾ ਵਟਿਆ ਹੋਇਆ ਸੂਤ, ਇਹ ਜਨੇਊ, ਇਹ ਧਾਗਾ, ਇਸ ਪਾਉਣ ਨਾਲ ਹੀ ਧਰਮੀ ਬਣ ਜਾਈਦਾ, ਤੇ ਜੇ ਨਾ ਪਾਈਏ ਤੇ ਫਿਰ ਧਰਮੀ ਨਹੀਂ ਬਣੀਦਾ। ਪੰਡਤ ਕਹਿੰਦਾ ਹਾਂ। ਮਹਾਰਾਜ ਕਹਿੰਦੇ ਨਹੀਂ, ਇਹ ਜਨੇਊ ਨਾਲ ਨਹੀਂ, ਇਹ ਧਾਗੇ ਨਾਲ ਨਹੀਂ। ਜੇ ਪਾਉਣਾ ਤੇ ਦਇਆ ਦੀ ਕਪਾਹ ਵਾਲਾ ਪਾਓ, ਇਨਸਾਨ ਦੇ ਵਿੱਚ ਤਬਦੀਲੀ ਆਵੇ, ਉਹ ਧਰਮੀ ਬਣੇ, ਉਹਦੇ ਵਿੱਚ ਗੁਣ ਆਉਣ। ਧਰਮ ਕੀ ਹੈ? ਜਿਸ ਵੇਲੇ ਬੰਦਾ ਧਰਮ ਦਾ ਧਾਰਨੀ ਹੁੰਦਾ ਹੈ, ਉਹਦੇ ਅੰਦਰੋਂ ਔਗਣ ਦੂਰ ਹੁੰਦੇ ਆ, ਉਹਦੇ ਅੰਦਰ ਗੁਣ ਆਉਂਦੇ ਆ। ਮਹਾਰਾਜ ਕਹਿੰਦੇ ਵੀ ਗੁਣ ਆਉਣੇ ਚਾਹੀਦੇ ਅੰਦਰ। ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਜੱਤ ਦੀਆਂ ਗੰਢਾਂ ਹੋਣ, ਸੱਤ ਦਾ ਵੱਟ ਚੜਿਆ ਹੋਵੇ। ਇਹੋ ਜਿਹਾ ਜਨੇਊ ਜੇ ਪੰਡਤ ਜੀ ਹੈ ਤੁਹਾਡੇ ਕੋਲੇ ਤੇ ਮੇਰੇ ਪਾ ਦਿਓ, ਨਹੀਂ ਤਾਂ ਮੈਂ ਨਹੀਂ ਇਹ ਧਾਗੇ ਵਾਲਾ ਗੱਲਾਂ ਪਾਉਣਾ। ਉਦੋਂ ਆਸਾ ਕੀ ਵਾਰ ਦੇ ਇਹ ਪਵਿੱਤਰ ਸ਼ਲੋਕ ਮਹਾਰਾਜ ਨੇ ਉਚਾਰਨ ਕੀਤੇ ਸੀ। ਸ਼ਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਅਕਾ ਹਾਈ ਤਾਂ ਪਾਂਡੇ ਘੱਤ। ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੇ ਨਾ ਜਾਏ। ਮਹਾਰਾਜ ਕਹਿੰਦੇ ਪੰਡਤ ਜੀ ਜਿਹੜਾ ਤੁਸੀਂ ਪਾਉਂਦੇ ਹੋ ਇਹ ਮੈਲਾ ਵੀ ਹੋ ਜਾਂਦਾ, ਟੁੱਟ ਵੀ ਜਾਂਦਾ ਹੈ, ਸੜ ਵੀ ਜਾਂਦਾ ਹੈ, ਦੁਬਾਰਾ ਫੇਰ ਪਾਉਣਾ ਪੈਂਦਾ ਹੈ। ਪਰ ਜਿਹੜਾ ਦਇਆ ਵਾਲਾ, ਜੱਤ ਵਾਲਾ, ਸੱਤ ਵਾਲਾ, ਸੰਤੋਖ ਵਾਲਾ, ਨਾ ਇਹ ਟੁੱਟੇ, ਨਾ ਮੈਲਾ ਹੋਵੇ, ਨਾ ਸੜੇ, ਨਾ ਜਾਵੇ। ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਪੰਡਤ ਜੀ ਇਹ ਤਾਂ 4 ਕੌਡੀਆਂ ਦਾ ਲਿਆ ਕੇ ਤੁਸੀਂ ਪਾ ਦਿੰਦੇ ਹੋ। ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ। ਤੇ ਫਿਰ ਮਹਾਰਾਜ ਕਹਿੰਦੇ ਕਿ ਪੰਡਤ ਜੀ ਇਹ ਜਿਹੜਾ ਜਨੇਊ ਧਾਗੇ ਵਾਲਾ ਪਾ ਕੇ ਜੇ ਬੰਦਾ ਉਗਣ ਨਾ ਛੱਡੇ ਤੇ ਉਹ ਧਰਮੀ ਕਿਵੇਂ ਹੋ ਸਕਦਾ? ਜੇ ਚੋਰੀ ਨਾ ਛੱਡੇ, ਜਾਰੀ ਨਾ ਛੱਡੇ, ਠੱਗੀ ਨਾ ਛੱਡੇ, ਫਿਰ ਧਰਮੀ ਆਖੋਗੇ ਉਹਨੂੰ? ਮਹਾਰਾਜ ਨੇ ਅੱਗੇ ਬਚਨ ਕਹਿਣ ਲੱਗੇ ਵੀ ਆ ਕਿੰਨੇ ਪਾਈ ਫਿਰਦੇ ਜਨੇਊ, ਪਰ ਉਸੇ ਤਰ੍ਹਾਂ ਹੀ ਚੋਰੀਆਂ, ਜਾਰੀਆਂ, ਠੱਗੀਆਂ ਸਭ ਕੁਝ ਕਰੀ ਜਾਂਦੇ। ਪਰ ਇਹ ਕੁਝ ਕਰਨ ਦੇ ਨਾਲ ਫਿਰ ਧਰਮੀ ਤੇ ਨਹੀਂ ਨਾ ਬਣ ਸਕਦਾ। ਸਤਿਗੁਰਾਂ ਨੇ ਗੁਣ ਦਿੱਤੇ ਸਾਧ ਸੰਗਤ ਜੀ, ਗੁਣਾਂ ਦੇ ਦਾਤੇ ਸਤਿਗੁਰੂ। ਜਿਹਦੇ ਨਾਲ ਮਿਲਾਪ ਹੋਇਆ ਕੋਈ ਇੱਕ ਥੋੜਾ। ਆਕਾਸ਼ ਦੇ ਤਾਰੇ ਨਹੀਂ ਗਿਣੇ ਜਾ ਸਕਦੇ, ਉਹ ਤਾਂ ਭਾਵੇਂ ਕੋਈ ਗਿਣ ਹੀ ਲਵੇ, ਪਰ ਜਿੰਨਿਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਣ ਦਿੱਤੇ, ਉਹ ਗੁਰੂ ਸਾਹਿਬ ਜੀ ਦੇ ਤਾਰੇ ਹੋਏ ਸੰਸਾਰ ਭਉਜਲ ਤੋਂ ਨਹੀਂ ਗਿਣੇ ਜਾ ਸਕਦੇ। ਤਾਰੇ ਗਿਣੇ ਜਾਤ, ਤੇਰੇ ਤਾਰੇ ਨਾ ਗਿਣਾਤ। ਸਤਿਗੁਰੂ ਆਪ ਗੁਣਾਂ ਦੇ ਦਾਤੇ ਆ। 10 ਪਾਤਸ਼ਾਹੀਆਂ ਨੇ ਆਪਣੇ ਸਿੱਖਾਂ ਸੇਵਕਾਂ ਨੂੰ, ਸੰਸਾਰ ਦੇ ਜੀਵਾਂ ਨੂੰ ਕਿੰਨੇ ਗੁਣ ਦਿੱਤੇ। ਤੇ ਮਹਾਰਾਜ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ, ਗੁਰਮੁਖਾਂ ਨੂੰ, ਸੰਤਾਂ ਭਗਤਾਂ ਨੂੰ ਗੁਣਵਾਨ ਬਣਾਇਆ। ਉਹਨਾਂ ਦੇ ਅੰਦਰ ਆਪਣੇ ਨਾਮ ਦੀ ਕਣੀ ਟਿਕਾ ਕੇ
ਤੇ ਸ਼ੁਭ ਗੁਣ ਧਰਮ ਦੇ ਗੁਣ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਤੇ ਉਹਨਾਂ ਦੇ ਰਾਹੀਂ ਅੱਗੇ ਸੰਸਾਰ ਵਿੱਚ ਵੀ ਗੁਣ ਵੰਡੇ। ਪਰ ਗਰੀਬ ਨਵਾਜ ਕਹਿੰਦੇ ਭਾਈ ਗੁਣਾਂ ਦਾ ਦਾਤਾ ਤਾਂ ਕੋਈ ਗੁਰਮੁਖ ਵਿਰਲਾ ਹੀ ਆ ਸੰਸਾਰ ਦੇ ਵਿੱਚ, ਜਿਹੜੇ ਵਿੱਚ ਆਪਣੇ ਵਿੱਚ ਵੀ ਗੁਣ ਹੋਣ ਤੇ ਉਹ ਗੁਣ ਜਿਹੜਾ ਫਿਰ ਸੰਸਾਰ ਦੇ ਵਿੱਚ ਵੀ ਵੰਡੇ। ਐਸੇ ਗੁਣਾਂ ਦੇ ਦਾਤੇ ਜਿਹੜੇ ਗੁਰਮੁਖ ਉਹ ਵਿਰਲੇ ਹਨ। ਸਾਚੀ ਕਰਨੀ ਗੁਰ ਵਿਚਾਰ। ਇਹ ਭਾਈ ਜਿਹੜਾ ਗੁਰੂ ਕੇ ਸ਼ਬਦ ਦੀ ਵਿਚਾਰ ਕਰਦਾ ਹੈ ਨਾ, ਉਹਨੂੰ ਸੱਚੀ ਕਰਨੀ ਪ੍ਰਾਪਤ ਹੁੰਦੀ ਹੈ। ਉਹ ਭਗਤੀ ਰੂਪੀ ਕਰਨੀ ਕਰਦਾ ਹੈ, ਫਿਰ ਭਗਤੀ ਰੂਪੀ ਕਰਨੀ ਵਿੱਚੋਂ ਸ਼ੁਭ ਗੁਣ ਪ੍ਰਾਪਤ ਹੁੰਦੇ, ਧਰਮ ਦੇ ਗੁਣ ਪ੍ਰਾਪਤ ਹੁੰਦੇ ਆ। ਖਿਮਾ, ਅਹਿੰਸਾ, ਦਇਆ, ਮ੍ਰਿਤ, ਸਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਨ। ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਸਾਜਨਾ ਕੀਤੀ ਨਾ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਵਿਸਾਖੀ ਦੇ ਦਿਹਾੜੇ ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਨੇ 5 ਕਕਾਰ ਬਖਸ਼ ਕਰਕੇ 5 ਕਕਾਰਾਂ ਦੇ ਰਾਹੀਂ ਗੁਣ ਬਖਸ਼ਿਸ਼ ਕੀਤੇ। ਸਤਿਗੁਰੂ ਕਹਿਣ ਲੱਗੇ ਕਸ਼ਹਿਰਾ ਜਤ ਸਤ ਦੀ ਨਿਸ਼ਾਨੀ ਹੈ। ਇਹ ਕੜਾ ਹੱਥ ਵਿੱਚ ਸਰਬਲੋ ਦਾ ਪਾਇਆ ਹੋਇਆ, ਇਹਨੂੰ ਹਰ ਵੇਲੇ ਖਿਆਲ ਰੱਖਣਾ ਵੀ ਇਹ ਗੁਰੂ ਦਾ ਕੜਾ ਹੈ। ਇਹਨਾਂ ਹੱਥਾਂ ਦੇ ਨਾਲ ਮਾੜਾ ਕਰਮ ਨਾ ਹੋਵੇ, ਚੋਰੀ ਨਾ ਹੋਵੇ, ਇਹਨਾਂ ਦੇ ਨਾਲ ਕਿਸੇ ਦਾ ਹੱਕ ਨਾ ਖੋਇਆ ਜਾਵੇ। ਤੋ ਇਸ ਤਰੀਕੇ ਦੇ ਨਾਲ ਮਾਰੇ ਕਹਿਣ ਲੱਗੇ ਕਿਰਪਾਨ ਹੈ, ਤੇ ਕਿਰਪਾਨ ਦਾ ਅਰਥ ਹੀ ਇਹਦੇ ਵਿੱਚੋਂ 2 ਭਾਵ ਨਿਕਲਦੇ ਆ, ਕਿਰਪਾ ਤੇ ਆਨ। ਇਹ ਕਿਰਪਾ ਵੀ ਕਰਨੀ ਹੈ, ਕਿਸੇ ਤੇ ਤਰਸ ਵੀ ਕਰਨਾ ਹੈ, ਤੇ ਆਪਣੀ ਆਨ ਸ਼ਾਨ ਨੂੰ ਵੀ ਕਾਇਮ ਰੱਖਣਾ ਹੈ। ਕੰਘਾ ਕੇਸਾਂ ਵਿੱਚ ਜਿੱਥੇ 2 ਵੇਲੇ ਫੇਰਨਾ ਹੈ, ਇਹ ਟੁੱਟੇ ਹੋਏ ਕੇਸਾਂ ਨੂੰ ਜਿਵੇਂ ਇਹ ਸਾਫ਼ ਕਰਦਾ ਹੈ, ਤੇ ਉਥੇ ਵਿਚਾਰ ਰੂਪੀ ਕੰਘਾ ਵੀ ਆਪਣੇ ਹਿਰਦੇ ਵਿੱਚ ਫੇਰਨਾ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਗੁਣ ਦਿੱਤੇ। ਕਹਿਣ ਲੱਗੇ ਫਿਰ 5 ਹੀ ਸਿੰਘਾਂ ਤੋਂ, 5 ਪਿਆਰਿਆਂ ਦੇ ਨਾਵਾਂ ਤੋਂ ਵੀ ਖਾਲਸਾ ਜੀ ਇਹ ਗੁਣ ਲੈਣੇ। ਪਿਆਰੇ ਦਇਆ ਸਿੰਘ ਜੀ ਨੇ ਸੀਸ ਭੇਟ ਕੀਤਾ ਹੈ ਤੇ ਖਾਲਸੇ ਦੇ ਵਿੱਚ ਦਇਆ ਵਾਲਾ ਗੁਣ ਆਇਆ ਹੈ। ਪਿਆਰੇ ਧਰਮ ਸਿੰਘ ਜੀ ਨੇ ਆਪਣਾ ਸੀਸ ਭੇਟਾ ਕੀਤਾ ਹੈ ਤੇ ਧਰਮ ਦੇ ਵਿੱਚ ਪ੍ਰਪੱਕ ਹੋਣ ਵਾਲਾ ਗੁਣ ਆਇਆ ਹੈ। ਸਿੱਖ ਧਰਮ ਦੇ ਵਿੱਚ ਪ੍ਰਪੱਕ ਹੋਵੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਣ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਫਿਰ ਮਾਰੇ ਕਹਿਣ ਲੱਗੇ ਪਿਆਰੇ ਹਿੰਮਤ ਸਿੰਘ ਜੀ ਨੇ ਆਪਣਾ ਸੀਸ ਭੇਟਾ ਕੀਤਾ ਹੈ ਤੇ ਹਿੰਮਤ ਧਾਰਨ ਕਰਨੀ ਹੈ। ਵਿਕਾਰਾਂ ਦੇ ਨਾਲ, ਔਗਣਾਂ ਦੇ ਨਾਲ ਜੂਝਣ ਵਾਲੇ ਤਕੜੇ ਹੋ ਕਰਕੇ ਰਹਿਣਾ ਹੈ। ਪਿਆਰੇ ਮੋਹਕਮ ਸਿੰਘ ਜੀ ਨੇ ਆਪਣਾ ਸੀਸ ਭੇਟਾ ਕੀਤਾ ਹੈ ਤੇ ਮੋਹਕਮ ਸਥਿਤੀ ਧਾਰਨ ਕਰਨੀ ਹੈ। ਪਿਆਰੇ ਸਾਹਿਬ ਸਿੰਘ ਜੀ ਨੇ ਸੀਸ ਭੇਟਾ ਕੀਤਾ ਹੈ ਤੇ ਸਾਹਿਬ ਦੀ ਪ੍ਰਾਪਤੀ ਵਾਲਾ ਗੁਣ ਧਾਰਨ ਕਰਨਾ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਇਹ ਗੁਰੂ ਕੀ ਵਿਚਾਰ ਦੇ ਵਿੱਚੋਂ ਹੀ ਸੱਚੀ ਕਰਨੀ ਜਿਹੜੀ ਹੈ, ਸੱਚੀ ਭਗਤੀ ਰੂਪੀ ਕਰਨੀ ਗੁਰੂ ਕੇ ਪਿਆਰਿਆਂ ਨੂੰ ਪ੍ਰਾਪਤ ਹੁੰਦੀ ਹੈ। ਅਗਮ ਅਗੋਚਰ ਕੀਮਤ ਨਹੀਂ ਪਾਏ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਅਗਮ ਹੈ, ਸਾਡੀ ਮਨ ਦੀ ਗਮਤਾ ਤੋਂ ਪਰੇ ਹੈ, ਸਾਡਾ ਮਨ ਉੱਥੋਂ ਤੱਕ ਪਹੁੰਚ ਨਹੀਂ ਸਕਦਾ। ਅਗੋਚਰ ਸਾਡੀਆਂ ਇੰਦਰੀਆਂ ਦੀ ਪਕੜ ਤੋਂ ਵੀ ਪਰੇ ਹੈ। ਕੀਮਤ ਨਹੀਂ ਪਾਏ, ਪਰਮੇਸ਼ਰ ਦੀ ਕੀਮਤ ਨਹੀਂ ਪਾਈ ਜਾ ਸਕਦੀ। ਕੋਈ ਮੁੱਲ ਨਹੀਂ ਹੈ, ਕੋਈ ਕੀਮਤ ਨਹੀਂ ਹੈ। ਉਹਨੂੰ ਬੇਅੰਤ ਬੇਅੰਤੀ ਕਿਹਾ ਜਾ ਸਕਦਾ ਹੈ। ਜਿਵੇਂ ਗਰੀਬ ਨਵਾਜ ਸਾਹਿਬ ਕਹਿੰਦੇ ਨਾ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਉਹ ਪਰਮੇਸ਼ਰ ਵਾਹਿਗੁਰੂ ਜੀ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹ ਬੇਅੰਤ ਹੀ ਬੇਅੰਤ ਹੈ। ਆ ਮਿਲਿਐ ਜਾ ਲੈ ਬਲਾਈ। ਫਿਰ ਉਸ ਪ੍ਰਭੂ ਦੇ ਨਾਲ ਮਿਲਿਆ ਕਿਵੇਂ ਜਾਵੇ? ਮਹਾਰਾਜ ਕਹਿੰਦੇ ਤਾਂ ਹੀ ਮਿਲ ਸਕਦੇ ਆ ਜੇ ਉਹ ਆਪ ਕਿਰਪਾ ਕਰਕੇ ਸਾਨੂੰ ਗੁਰੂ ਸਾਹਿਬ ਜੀ ਦੇ ਨਾਲ ਮਿਲੇ, ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਵਸੇ ਤੇ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮਿਲਾਵੇ, ਤਾਂ ਉਹਦੇ ਨਾਲ ਮਿਲਿਆ ਜਾ ਸਕਦਾ ਹੈ। ਗੁਣਵੰਤੀ ਗੁਣ ਸਾਰੇ ਨੀਤ। ਗੁਣਾਂ ਨੂੰ ਧਾਰਨ ਵਾਲੀ ਜੋ ਜੀਵ ਰੂਪ ਇਸਤਰੀ ਹੈ, ਨਿਤਾ ਪ੍ਰਤੀ ਪ੍ਰਭੂ ਦੇ ਗੁਣਾਂ ਨੂੰ ਸਾਰੇ ਸੰਭਾਲ ਕੇ ਰੱਖੇ। ਵਾਹਿਗੁਰੂ ਜੀ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਰੱਖੇ, ਉਹ ਗੁਣਵੰਤੀ ਕਹਾਉਂਦੀ ਹੈ। ਗੁਣਾਂ ਵਾਲੀ
ਜੋ ਪ੍ਰਭੂ ਪਰਮੇਸ਼ਰ ਪਤੀ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਨਿਤਾ ਪ੍ਰਤੀ ਸੰਭਾਲਦੀ ਹੈ, ਯਾਦ ਕਰਦੀ ਹੈ, ਸਿਮਰਨ ਕਰਦੀ ਹੈ। ਨਾਨਕ ਗੁਰਮਤਿ ਮਿਲਿਆ ਨੀਤ। ਮਹਾਰਾਜ ਕਹਿੰਦੇ ਹੈ ਮਿੱਤਰੋ, ਗੁਰੂ ਦੀ ਮੱਤ ਲੈ ਕਰਕੇ ਵਾਹਿਗੁਰੂ ਪਰਮੇਸ਼ਰ ਨਾਲ ਮਿਲਿਆ ਜਾ ਸਕਦਾ। ਗੁਰੂ ਦੀ ਮੱਤ ਲਈਏ, ਗੁਰੂ ਕੀ ਸਿੱਖਿਆ ਲਈਏ, ਤੇ ਤਾਂ ਫਿਰ ਉਹ ਜੋ ਸਾਰਿਆਂ ਦਾ ਮਿੱਤਰ ਹੈ ਨਾ, ਸਭ ਨਾਲ ਮਿੱਤਰਤਾ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ ਹੈ, ਉਹਦੇ ਨਾਲ ਮਿਲ ਪਾਵਾਂਗੇ। ਵਾਹਿਗੁਰੂ ਜੀ ਦੇ ਨਾਲ ਮਿਲਾਪ ਤਾਂ ਹੋਵੇਗਾ ਜੇ ਗੁਰੂ ਸਾਹਿਬ ਜੀ ਦੀ ਮੱਤ ਸਾਨੂੰ ਪ੍ਰਾਪਤ ਹੋਵੇਗੀ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨਹੁ, ਹਰ ਹਰ ਕਥਾ ਨਿਰਾਲੀ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ। ਇਹ 17ਵੀਂ ਪੌੜੀ ਦੱਖਣੀ ਓੰਕਾਰ ਦੁਆਰਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪਾਵਨੇ ਉਪਦੇਸ਼ ਬਖਸ਼ਿਆ। ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਗੁਣ ਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤਿ ਮਿਲਿਆ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।